ਵਾਹਿਗੁਰੂ ਸਾਹਿਬ ਜੀ ਚੌਪਈ। ਤਬ ਬ੍ਰਾਹਮਣ ਕੇ ਮਨ ਜੋ ਆਈ, ਕਬ मोयो कब जड़ उकड़ाई। तुरक करेंगे हम हितसार, तब मर तुम हम लियो अभार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਬਰ ਤਖਤ ਛਤਰ ਕੇ ਮਾਲਕ, ਸਾਹਿਬੇ ਕਮਾਲ, ਦਸਾਂ ਪਾਤਸ਼ਾਹੀਆਂ ਦੇ ਪਾਵਨਾਤਮਕ ਸਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਾਕ ਪਵਿੱਤਰ ਚਰਨਾਂ ਕਬਲਾਂ ਪਾਸ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਸਰਬੱਤ ਗੁਰਸਿੱਖ ਸੰਗਤਾਂ ਬੜਭਾਗੀ ਹੋ। ਸੰਧਿਆ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਲਾਹੇ ਦੀ ਪ੍ਰਾਪਤੀ ਕਰ ਰਹੇ ਹੋ। ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥ ਦੀ ਲੜੀਵਾਰ ਕਥਾ ਵਿਚਾਰ ਆਪ ਜੀ ਨਿਤਾਂ ਪਤ ਸਰਵਣ ਕਰ ਰਹੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਸਰਵਣ ਕੀਤਾ ਸੀ ਕੈਪਟਨ ਮਰੀ ਨੇ ਇਹ ਸਵਾਲ ਕੀਤਾ ਭਾਈ ਰਤਨ ਸਿੰਘ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਨਾਲ ਮੁਗਲਾਂ ਦਾ ਵੈਰ ਕਿਉਂ ਰਹਿਆ। ਭਾਈ ਰਤਨ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਸ਼ਹੀਦੀ ਸਾਕਾ ਉਹਨੂੰ ਸਰਵਣ ਕਰਾਇਆ ਕਿ ਜਦੋਂ ਹਿੰਦੁਸਤਾਨ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਉੱਤੇ ਫਤਵਾ ਔਰੰਗਜ਼ੇਬ ਨੇ ਜਾਰੀ ਕਰ ਦਿੱਤਾ ਕਿ ਇਹਨਾਂ ਨੂੰ ਮੁਸਲਮਾਨ ਬਣਾਇਆ ਜਾਏ। ਜਿਹੜੇ ਗਰੀਬ ਕਿਰਤੀ ਲੋਕ ਸਨ, ਪਿੰਡਾਂ ਵਿੱਚ ਨਗਰਾਂ ਵਿੱਚ ਰਹਿਣ ਵਾਲੇ, ਉਹਨਾਂ ਨੇ ਬਾਦਸ਼ਾਹ ਨੂੰ ਆਖਿਆ, ਹੇ ਬਾਦਸ਼ਾਹ, ਅਸੀਂ ਤਾਂ ਬ੍ਰਾਹਮਣਾਂ ਦੇ ਅਧੀਨ ਚੱਲਣ ਵਾਲੇ ਹਾਂ, ਤੁਸੀਂ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਓ, ਉਹਨਾਂ ਦੇ ਪਿੱਛੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਹ ਬਚਨ ਸੁਣ ਕੇ ਔਰੰਗਜ਼ੇਬ ਬਾਦਸ਼ਾਹ ਨੇ ਫਤਵਾ ਬ੍ਰਾਹਮਣਾਂ 'ਤੇ ਜਾਰੀ ਕੀਤਾ। ਉਹਨਾਂ ਨੂੰ ਜ਼ਬਰਦਸਤੀ ਪਕੜ ਕੇ ਮੁਸਲਮਾਨ ਬਣਾਉਣ ਲੱਗੇ। ਉਹਨਾਂ ਨੇ ਜਾ ਕੇ ਫਰਿਆਦ ਕੀਤੀ, ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ, ਉਸ ਤੋਂ ਬਾਅਦ ਅਸੀਂ ਵਿਚਾਰ ਕਰ ਲਵਾਂਗੇ ਅਸੀਂ ਕੀ ਕਰਨਾ ਹੈ। ਇਹ ਬਚਨ ਸੁਣ ਕੇ ਉਹਨਾਂ ਨੇ ਸਮਾਂ ਦਿੱਤਾ। ਬ੍ਰਾਹਮਣਾਂ ਨੇ ਕਸ਼ਮੀਰ ਵਿੱਚ ਅਮਰਨਾਥ ਮੰਦਰ ਵਿੱਚ ਜਾ ਕੇ ਤਪੱਸਿਆ ਕੀਤੀ, ਬੰਦਗੀ ਕੀਤੀ। ਉਹਨਾਂ ਨੂੰ ਪੱਤਰਕਾ ਮਿਲੀ, ਚਿੱਠੀ ਮਿਲੀ ਕਿ ਨੌਵੇਂ ਪਾਤਸ਼ਾਹ ਤੁਹਾਡੀ ਰੱਖਿਆ ਕਰਨਗੇ। ਇਸ ਤਰ੍ਹਾਂ ਉਹ ਇਕੱਤਰ ਹੋ ਕੇ ਕਸ਼ਮੀਰੀ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਔਰ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀਆਂ ਕਰ ਰਹੇ ਨੇ, ਆਓ ਪਿਆਰ ਨਾਲ ਗੁਰੂ ਇਤਿਹਾਸ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਗੁਰਸਿੱਖ ਸੰਗਤਾਂ ਜਪਣਾ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਡਤ ਕਿਰਪਾ ਰਾਮ
ਜਿਨ੍ਹਾਂ ਦੀ ਅਗਵਾਈ ਹੇਠ ਸਾਰੇ ਬ੍ਰਾਹਮਣ ਸ੍ਰੀ ਅਨੰਦਪੁਰ ਸਾਹਿਬ ਆਏ। ਇਹਨਾਂ ਨੇ ਪਹਿਲਾਂ ਮੰਦਰ ਅਮਰਨਾਥ ਦੇ ਵਿੱਚ ਬਹਿ ਕੇ ਬੜੀਆਂ ਬੇਨਤੀਆਂ ਕੀਤੀਆਂ। ਔਰੰਗਜ਼ੇਬ ਦੇ ਕੋਲੋਂ ਸਮਾਂ ਮੰਗਿਆ ਸੀ। ਸ਼ੇਰ ਅਫਗਾਨ ਖਾਨ ਜੋ ਕਸ਼ਮੀਰ ਦਾ ਸੂਬਾ ਸੀ, ਉਹਨਾਂ ਕੋਲ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਵੀ ਸਾਨੂੰ ਥੋੜ੍ਹਾ ਸਮਾਂ ਦਿਓ, ਅਸੀਂ ਵਿਚਾਰ ਕਰ ਲੈਂਦੇ ਹਾਂ ਅਸਾਂ ਕੀ ਕਰਨਾ ਹੈ। ਇਤਿਹਾਸ ਵਿੱਚ ਇਹ ਬਚਨ ਆਉਂਦਾ ਹੈ, ਉਹ ਕਹਿੰਦਾ ਵੀ ਤੁਸੀਂ ਸਮਾਂ ਕਿਉਂ ਲੈਣਾ ਚਾਹੁੰਦੇ ਹੋ, ਕੀ ਕਰਨਾ ਚਾਹੁੰਦੇ ਹੋ। ਪੰਡਤਾਂ ਨੇ ਆਖਿਆ ਵੀ ਸਮਾਂ ਇਸ ਕਰਕੇ ਚਾਹੀਦਾ, ਇੱਕ ਵਾਰੀ ਅਸੀਂ ਆਪਣੇ ਇਸ਼ਟ ਨੂੰ ਪੂਜਣਾ ਚਾਹੁੰਦੇ ਹਾਂ ਵੀ ਸਾਡੀ ਰੱਖਿਆ ਕਰ। ਸ਼ੇਰ ਅਫਗਾਨ ਖਾਨ ਉਹ ਹੱਸ ਪਿਆ, ਕਹਿੰਦਾ ਤੁਹਾਡਾ ਇਸ਼ਟ ਮੰਦਰਾਂ ਵਿੱਚੋਂ ਚੁੱਕ ਕੇ ਉਹਨੂੰ ਪੀਸ ਕੇ ਚੂਨਾ ਬਣਾ ਕੇ ਤੇ ਮਸਜਿਦਾਂ ਨੂੰ ਲਾ ਦਿੱਤਾ ਗਿਆ। ਤੁਹਾਡਾ ਇਸ਼ਟ ਅਸੀਂ ਪੀਸ ਕੇ ਚੂਨਾ ਬਣਾ ਕੇ ਮਸਜਿਦਾਂ ਨੂੰ ਲਾ ਦਿੱਤਾ ਹੈ। ਜਿਹੜਾ ਉਸ ਸਮੇਂ ਕੁਝ ਨਹੀਂ ਕਰ ਸਕਿਆ ਤੇ ਹੁਣ ਕੀ ਕਰ ਲਏਗਾ। ਖੈਰ ਕੋਈ ਨਹੀਂ, ਤੁਸੀਂ ਆਪਣਾ ਦਿਲ ਪਰਚਾ ਲਓ, ਹੋ ਸਕਦਾ ਤੁਹਾਡਾ ਇਸ਼ਟ ਪ੍ਰਗਟ ਹੀ ਹੋ ਜਾਏ। ਉਹਨਾਂ ਨੂੰ ਗੱਲ ਤਾਂ ਬੜੀ ਅੰਦਰ ਚੁਭੀ, ਕਿਉਂਕਿ ਜਦੋਂ ਉਹਨਾਂ ਦੇ ਇਸ਼ਟ ਦੇ ਪ੍ਰਤੀ ਅਜਿਹੇ ਸ਼ਬਦ ਸੂਬੇਦਾਰ ਨੇ ਵਰਤੇ ਨੇ ਤੇ ਸਾਧ ਸੰਗਤ ਜੀ ਉਹ ਅਮਰਨਾਥ ਮੰਦਰ ਵਿੱਚ ਬੈਠੇ ਅਰਦਾਸਾਂ ਕਰਦੇ ਰਹੇ ਤੇ 8ਵੇਂ ਦਿਨ ਉਹਨਾਂ ਨੂੰ ਚਿੱਠੀ ਮਿਲੀ। ਉਹ ਚਿੱਠੀ ਦੇ ਵਿੱਚ ਜਿਹੜੇ ਬਚਨ ਲਿਖੇ ਸਨ ਆਪਾਂ ਸਰਵਣ ਕੀਤੇ ਨੇ ਕਿ ਜਾਓ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਬੇਨਤੀਆਂ ਕਰੋ। ਫਿਰ ਇਹ 9ਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆਏ, ਅਰਦਾਸ ਕਰਦੇ ਨੇ ਸਾਡਾ ਧਰਮ ਰੱਖੋ। ਮਹਾਰਾਜ ਕਹਿੰਦੇ ਅਸੀਂ ਕੁਰਬਾਨੀ ਦੇ ਕੇ ਸੀਸ ਦੇ ਕੇ ਦਰਗਾਹ ਦੇ ਵਿੱਚੋਂ ਇਹਨਾਂ ਦੀ ਜੜ੍ਹ ਉਖੇੜ ਦਿਆਂਗੇ। ਉਹ ਕਹਿਣ ਲੱਗੇ ਸਤਿਗੁਰ ਜੀ, ਤਬ ਬ੍ਰਾਹਮਣ ਕੇ ਮਨ ਯੋਂ ਆਈ। ਉਹਨਾਂ ਬ੍ਰਾਹਮਣਾਂ ਦੇ ਮਨ ਦੇ ਵਿੱਚ ਇਹ ਫੁਰਨਾ ਪੈਦਾ ਹੋਇਆ, ਖਿਆਲ ਪੈਦਾ ਹੋਇਆ ਹੈ। ਕਹਿੰਦੇ ਮਹਾਰਾਜ ਕਦੋਂ ਸ਼ਹੀਦੀ ਦਿਓਗੇ, ਕਦੋਂ ਇਹਨਾਂ ਦੀ ਜੜ੍ਹ ਜਿਹੜੀ ਉਹ ਪੱਟੋਗੇ, ਕਦੋਂ ਮੁਗਲਾਂ ਦਾ ਨਾਸ਼ ਕਰੋਗੇ। ਔਰੰਗਜ਼ੇਬ ਇਸ ਸਾਲ ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾ ਦੇਗਾ। ਕਦੋਂ ਤੁਸੀਂ ਸ਼ਹਾਦਤ ਦੇ ਕਰਕੇ ਸਾਡੀ ਰੱਖਿਆ ਕਰੋਗੇ, ਕਦੋਂ ਸਾਨੂੰ ਬਚਾਓਗੇ। ਉਹ ਕਹਿਣ ਲੱਗਾ ਕਿ ਜਦੋਂ ਬੰਦਾ ਡੁੱਬ ਜਾਏ ਨਾ ਪਾਣੀ ਵਿੱਚ, ਫਿਰ ਜਿਹੜੀ ਕਿਸ਼ਤੀ ਹੁੰਦੀ ਹੈ ਉਹ ਕਿਸੇ ਕੰਮ ਦੀ ਨਹੀਂ ਹੁੰਦੀ। ਬੰਦਾ ਭੁੱਖਾ ਮਰ ਜਾਏ ਤੇ ਫਿਰ ਖੀਰ ਕਿਹੜੇ ਕੰਮ ਦੀ ਹੈ। ਜਦੋਂ ਭੁੱਖ ਲੱਗੀ ਸੀ ਉਦੋਂ ਤਾਂ ਮਿਲੀ ਨਹੀਂ, ਤੇ ਬਾਅਦ ਵਿੱਚ ਉਹ ਖੀਰ ਜਿਹੜੀ ਆ ਉਹ ਕਿਸ ਕੰਮ ਆਉਂਦੀ ਹੈ। ਬੰਦਾ ਪਾਣੀ ਦੀ ਪਿਆਸ ਨਾਲ ਮਰ ਜਾਏ ਤੇ ਬਾਅਦ ਵਿੱਚ ਉਹਨੂੰ ਪਾਣੀ ਦੇ ਨਾਲ ਇਸ਼ਨਾਨ ਕਰਾ ਦਿਓ ਤੇ ਕੋਈ ਫਾਇਦਾ ਨਹੀਂ ਹੁੰਦਾ। ਪਾਣੀ ਦੀ ਪਿਆਸ ਕਰਕੇ ਮਰ ਗਿਆ ਤੇ ਫਿਰ ਪਾਣੀ ਨਾਲ ਇਸ਼ਨਾਨ ਕਰਾਉਣਾ ਸ਼ੁਰੂ ਕਰ ਦਿੱਤਾ, ਤੇ ਇਸ ਪ੍ਰਕਾਰ ਜਿਹੜਾ ਮਰ ਹੀ ਗਿਆ ਮੁਰਦਾ ਹੀ ਹੋ ਗਿਆ, ਤੇ ਪਾਣੀ ਪੀ ਕਰਕੇ ਉਹਦੀ ਪਿਆਸ ਕੈਸੇ ਬੁਝ ਸਕਦੀ ਹੈ। ਤਬ ਸਤਿਗੁਰ ਵਿਪਰਨ ਕਯੋ ਜੋ ਕੈ ਗੈਲ ਛੁਡਾਏ। ਅਜਿਹੇ ਬਚਨ ਸੁਣ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਬ੍ਰਾਹਮਣਾਂ ਨੂੰ ਇਹ ਬਚਨ ਕਹਿਣ ਲੱਗੇ ਹਨ। ਪਾਤਸ਼ਾਹ ਕਹਿੰਦੇ ਭਾਈ ਇਸ ਤਰ੍ਹਾਂ ਕਰੋ, ਤੁਸੀਂ ਜਾ ਕੇ ਨਾ ਬਾਦਸ਼ਾਹ ਨੂੰ ਇਹ ਕਹਿ ਦਿਓ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਓ ਤੇ ਬਾਅਦ ਵਿੱਚ ਅਸੀਂ ਸਾਰੇ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਉਹ ਮੁਸਲਮਾਨ ਬਣ ਗਏ, ਉਹ ਸਾਡੇ ਪੀਰ ਨੇ, ਸਾਡੇ ਗੁਰੂ ਨੇ, ਅਸੀਂ ਉਹਨਾਂ ਨੂੰ ਮੰਨਣ ਵਾਲੇ ਹਾਂ ਤੇ ਉਹਨਾਂ ਦੇ ਪਿੱਛੇ ਪਿੱਛੇ ਅਸੀਂ ਵੀ ਇਸਲਾਮ ਧਰਮ ਜਿਹੜਾ ਉਹ ਧਾਰਨ ਕਰ ਲਵਾਂਗੇ। ਇੱਥੇ ਇੱਕ ਬੜਾ ਗਜ਼ਬ ਦਾ ਹੋਰ ਵਾਕਿਆ ਵਾਪਰਿਆ। ਜਦੋਂ ਪੰਡਤ ਆ ਕੇ ਦਰਬਾਰ 'ਚ ਬੈਠੇ ਸਨ ਆਨੰਦਪੁਰ ਸਾਹਿਬ, ਤੇ ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਉਮਰ 9 ਸਾਲ ਸੀ।
ਦਰਬਾਰ ਦੇ ਵਿੱਚ ਅਚਾਨਕ ਆ ਗਏ। ਵੇਖਿਆ, ਕਹਿੰਦੇ ਮਹਾਰਾਜ ਇਹ ਕੌਣ ਨੇ? ਹਜ਼ੂਰ ਕਹਿੰਦੇ ਵੀ ਇਹ ਪੰਡਤ ਨੇ ਕਸ਼ਮੀਰ ਦੇ, ਆਏ ਹਨ ਇੱਥੇ ਪਾਤਸ਼ਾਹ। ਇਹਨਾਂ ਦਾ ਚਿਹਰਾ ਮੁਰਝਾਇਆ ਹੋਇਆ, ਕਾਰਨ ਕੀ ਹੈ? ਨੌਵੇਂ ਪਾਤਸ਼ਾਹ ਕਹਿਣ ਲੱਗੇ, ਪੁੱਤਰ ਜੀ ਇਹਨਾਂ ਦਾ ਧਰਮ ਖਤਰੇ 'ਚ ਹੈ। ਹਜ਼ੂਰ ਕਹਿੰਦੇ ਇਹਨਾਂ ਦਾ ਧਰਮ ਕਿਵੇਂ ਬਚੇਗਾ? ਨੌਵੇਂ ਪਾਤਸ਼ਾਹ ਜੀ ਕਹਿੰਦੇ ਕਿਸੇ ਮਹਾਂਪੁਰਖ ਦਾ ਸੀਸ ਲੱਗੇਗਾ। ਕਹਿੰਦੇ ਪਾਤਸ਼ਾਹ ਤੁਹਾਡੇ ਤੋਂ ਵੱਡਾ ਸਤਿਪੁਰਸ਼ ਮਹਾਂਪੁਰਖ ਬ੍ਰਹਮ ਗਿਆਨੀ ਪੂਰਨ ਪੁਰਸ਼ ਹੋਰ ਕੌਣ ਹੋ ਸਕਦਾ ਹੈ? ਜੇ ਤੁਹਾਡੀ ਸ਼ਰਨ ਆਏ ਤੇ ਕਿਰਪਾ ਕਰੋ, ਇਹਨਾਂ ਦਾ ਧਰਮ ਰੱਖੋ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਜਾਓ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ, ਹਮ ਹੋਵਹਿੰਗੇ ਗੈਲ ਉਸ ਗੁਰ ਕੋ ਤੁਰਕ ਬਣਾਏ। ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਓ, ਅਸੀਂ ਸਾਰੇ ਜਾਣੇ ਤੁਹਾਡੇ ਮਗਰ ਇਸ ਤਰ੍ਹਾਂ ਮੁਸਲਮਾਨ ਬਣ ਜਾਵਾਂਗੇ। ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਬ੍ਰਾਹਮਣਾਂ ਨੇ ਇਸੇ ਤਰ੍ਹਾਂ ਹੀ ਕੀਤਾ ਹੈ। ਜਿਵੇਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਬਚਨ ਸਮਝਾਏ, ਉਹਨਾਂ ਨੇ ਉਸੇ ਤਰ੍ਹਾਂ ਬਚਨਾਂ ਦੀ ਤਾਮੀਲ ਕੀਤੀ ਹੈ। ਉਸ ਵਕਤ ਪੰਜਾਬ ਦਾ ਸੂਬਾ ਜ਼ਾਲਮ ਖਾਨ ਸੀਗਾ। ਜ਼ਾਲਮ ਖਾਨ ਨੂੰ ਮਿਲ ਕੇ ਇਹਨਾਂ ਨੇ ਤਾਰੀਖ ਵਿੱਚ ਇਹ ਬਚਨ ਆਉਂਦੇ ਕਿ ਉਹਦੇ ਨਾਲ ਇਕਰਾਰਨਾਮਾ ਤਿਆਰ ਕਰਕੇ ਦਿੱਲੀ ਭੇਜ ਦਿੱਤਾ। ਔਰੰਗਜ਼ੇਬ ਬਾਦਸ਼ਾਹ ਦੇ ਪਾਸ ਇਕਰਾਰਨਾਮੇ ਵਿੱਚ ਲਿਖਿਆ ਗਿਆ ਸੀ ਕਿ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾਓ, ਜੇ ਉਹ ਮੁਸਲਮਾਨ ਬਣ ਜਾਂਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਸਾਰਾ ਜਹਾਨ ਮੁਸਲਮਾਨ ਬਣ ਜਾਏਗਾ। ਇਸ ਤਰ੍ਹਾਂ ਬ੍ਰਾਹਮਣਾਂ ਨੇ ਗੁਰੂ ਸਾਹਿਬ ਦੀ ਦਿੱਤੀ ਹੋਈ ਵਿਚਾਰ ਜਿਹੜੀ ਹੈ ਉਹ ਬਾਦਸ਼ਾਹ ਤੱਕ ਪਹੁੰਚਾ ਦਿੱਤੀ ਹੈ। ਤੁਰਕਾਂ ਨੇ ਇਹ ਜਿਹੜੀ ਗੱਲ ਮੰਨ ਲਈ। ਉਹ ਮਨ ਵਿੱਚ ਸੋਚਣ ਲੱਗੇ ਵੀ ਜੇ ਇੱਕ ਜਾਣੇ ਨੂੰ ਮਨਾਉਣ ਦੇ ਨਾਲ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ ਤੇ ਸਾਡਾ ਕੀ ਜਾਂਦਾ ਹੈ? ਕੋਈ ਗੱਲ ਨਹੀਂ, ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਥੇ ਬੁਲਾ ਲੈਂਦੇ ਹਾਂ ਤੇ ਉਹਨਾਂ ਨੂੰ ਮੁਸਲਮਾਨ ਬਣਾ ਲੈਂਦੇ ਹਾਂ। ਹੁਣ ਔਰੰਗਜ਼ੇਬ ਬਾਦਸ਼ਾਹ ਨੇ ਬ੍ਰਾਹਮਣਾਂ ਦਾ ਖਹਿੜਾ ਛੱਡ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਿੱਛੇ ਪੈ ਗਿਆ ਹੈ। ਉਹਨੇ ਹਲਕਾਰੇ ਭੇਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ। ਅਨੰਦਪੁਰ ਸਾਹਿਬ ਦੀ ਜਿਹੜੀ ਜ਼ਮੀਨ ਸੀ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਰੀਦੀ ਸੀ। ਜਦੋਂ ਪਾਤਸ਼ਾਹ ਜੀ ਅਸਾਮ ਤੋਂ ਪਟਨਾ ਸਾਹਿਬ ਤੋਂ ਵਾਪਸ ਆਏ ਇੱਥੇ, ਤੇ ਜਿਹੜਾ ਦਲੀਪ ਚੰਦ ਸੀ ਇਹਦੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜ਼ਮੀਨ ਖਰੀਦੀ ਇੱਥੋਂ ਦੀ, ਤੇ ਇਹਦਾ ਨਾਮ ਸੀ ਮਾਖੋਵਾਲ। ਕਈ ਆਖਦੇ ਨੇ ਵੀ ਮਾਖੋ ਨਾਮ ਦਾ ਦੈਂਤ ਇੱਥੇ ਰਹਿੰਦਾ ਸੀ, ਉਹਦੇ ਕਰਕੇ ਇਸ ਦੂਣ ਦਾ ਨਾਮ ਮਾਖੋਵਾਲ ਸੀ। ਗੁਰੂ ਸਾਹਿਬ ਨੇ ਜ਼ਮੀਨ ਖਰੀਦੀ, ਪੈਸੇ ਦੇ ਕੇ ਖਰੀਦੀ, ਤੇ ਸਾਧ ਸੰਗਤ ਜੀ ਇੱਥੇ ਨਗਰ ਵਸਾਇਆ ਗਿਆ। ਇਤਿਹਾਸਕਾਰਾਂ ਨੇ ਵੀ ਲਿਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਤਾ ਨਾਨਕੀ ਦੇ ਨਾਮ ਤੇ ਨਗਰ ਵਸਾਇਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਾਅਦ ਵਿੱਚ ਇਹਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਪਹਿਲਾਂ ਮਾਖੋਵਾਲ ਜਿਹੜਾ ਉਹ ਨਾਮ ਸੀਗਾ, ਫਿਰ ਮਾਤਾ ਨਾਨਕੀ ਜੀ ਦੇ ਨਾਮ ਤੇ ਇਹ ਨਗਰ ਵਸਿਆ, ਫਿਰ ਸ੍ਰੀ ਅਨੰਦਪੁਰ ਸਾਹਿਬ ਇਹਦਾ ਨਾਮ ਪਿਆ। ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਵਸਦੇ ਸਨ, ਰਹਿੰਦੇ ਸਨ, ਤੇ ਇਧਰ ਔਰੰਗਜ਼ੇਬ ਬਾਦਸ਼ਾਹ ਨੂੰ ਜਦੋਂ ਇਹ ਖਬਰ ਮਿਲੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੇ ਮੁਸਲਮਾਨ ਬਣਾ ਲਵਾਂਗੇ ਤੇ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏਗਾ, ਉਹਨੇ ਫੌਰਨ ਉਸੇ ਵਕਤ ਆਪਣੇ ਅਹਿਦੀਏ ਜਿਹੜੇ ਸਨ ਸ੍ਰੀ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜ ਦਿੱਤੇ। ਇਧਰ ਨੌਵੇਂ ਪਾਤਸ਼ਾਹ ਜੀ ਨੇ ਵੀ ਤਿਆਰੀ ਕਰ ਲਈ ਦਿੱਲੀ ਨੂੰ ਜਾਣ ਵਾਸਤੇ। ਜਿਸ ਤਰ੍ਹਾਂ ਬ੍ਰਾਹਮਣਾਂ ਦੇ ਨਾਲ ਇਕਰਾਰ ਕੀਤਾ ਸੀ ਗੁਰੂ ਸਾਹਿਬ ਜੀ ਨੇ, ਉਸ ਇਕਰਾਰ ਦੇ ਅਨੁਸਾਰ ਸਤਿਗੁਰੂ ਜੀ ਦਿੱਲੀ ਨੂੰ ਚਾਲਾ ਪਾਉਣਾ ਚਾਹੁੰਦੇ ਹਨ। ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਸੌਂਪ ਦਿੱਤੀ ਹੈ, ਤੇ ਸਾਧ ਸੰਗਤ ਜੀ ਆਪ ਦਿੱਲੀ ਨੂੰ ਚਾਲਾ ਪਾ ਦਿੱਤਾ। ਵੈਸੇ ਤਾਂ ਰਾਹ ਵਿੱਚ ਬੜੇ ਪੜਾਅ ਕੀਤੇ ਮਹਾਰਾਜ ਨੇ। ਚਲਦਿਆਂ ਚਲਦਿਆਂ ਸੈਫਾਬਾਦ ਆਏ। ਸੈਫ ਅਲੀ ਖਾਨ ਨਾਮ ਦਾ ਪਠਾਨ ਰਹਿੰਦਾ ਸੀ। ਸੈਫਾਬਾਦ ਜਿਹਨੂੰ ਅੱਜ ਕੱਲ੍ਹ ਆਪਾਂ ਬਹਾਦਰਗੜ੍ਹ ਕਹਿੰਦੇ ਆ,
ਉੱਥੇ ਜਿਹੜੇ ਅਸਥਾਨ ਬਣੇ ਨੇ, ਦੋ ਨੇ, ਇੱਕ ਬਾਹਰ ਹੈ ਤੇ ਇੱਕ ਕਿਲੇ ਵਿੱਚ ਹੈ ਨੌਵੇਂ ਪਾਤਸ਼ਾਹ ਜੀ ਦਾ ਸਥਾਨ। ਇੱਥੇ ਗੁਰੂ ਸਾਹਿਬ ਜੀ ਨੇ ਚਮਾਸਾ ਕੱਟਿਆ। ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਇੱਥੇ ਚਰਨ ਪਾਏ ਸਤਿਗੁਰਾਂ ਨੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਸਮਾਣੇ ਆਦਿਕ ਦੇ ਇਲਾਕੇ ਵਿੱਚ ਚਲੇ ਗਏ। ਇਸ ਤਰ੍ਹਾਂ ਵਿਚਰਦਿਆਂ ਵਿਚਰਦਿਆਂ ਆਗਰੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਹਨ। ਤੁਰਕ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ। ਜਦੋਂ ਐਦੀਏ ਭੇਜੇ ਸਨ ਅਨੰਦਪੁਰ ਸਾਹਿਬ ਦੀ ਧਰਤੀ ਤੇ, ਹਜ਼ੂਰ ਨੇ ਕਿਹਾ ਸੀ ਅਸੀਂ ਆਪ ਆਵਾਂਗੇ। ਤੇ ਇਸ ਤੋਂ ਬਾਅਦ ਔਰੰਗਜ਼ੇਬ ਨੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ ਸੀ ਵੀ ਜਿੱਥੇ ਵੀ ਮਿਲਣ ਉੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਤੇ ਸਾਧ ਸੰਗਤ ਜੀ 1000 ਰੁਪਇਆ ਇਨਾਮ ਵੀ ਰੱਖਿਆ। ਔਰੰਗਜ਼ੇਬ ਇਹ ਸੋਚਦਾ ਸੀ, ਬਚਨ ਪੜ੍ਹਨ ਨੂੰ ਮਿਲਿਆ ਕਿ ਮੈਂ ਕਹਿ ਤੇ ਬੈਠਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵਾਂ ਤੇ ਪਿੱਛੇ ਸਾਰੇ ਬਣ ਜਾਣਗੇ, ਕਿਤੇ ਇਹ ਨਾ ਹੋਵੇ ਕਿ ਉਹ ਮੇਰੀ ਗ੍ਰਿਫਤਾਰੀ ਦੇ ਵਿੱਚ ਨਾ ਆਉਣ। ਇਸ ਕਰਕੇ ਉਹਨੇ 1000 ਰੁਪਇਆ ਇਨਾਮ ਵੀ ਰੱਖਿਆ। ਜਿਹੜਾ ਵੀ ਉਹਨਾਂ ਨੂੰ ਗ੍ਰਿਫਤਾਰ ਕਰਾਏਗਾ ਉਹਨੂੰ ਇਨਾਮ ਦਿੱਤਾ ਜਾਏਗਾ। ਇਸ ਤਰ੍ਹਾਂ ਸਤਿਗੁਰੂ ਜੀ ਆਗਰੇ ਦੀ ਧਰਤੀ ਤੇ ਗਏ। ਜੇ ਜਾਣਾ ਚਾਹੁੰਦੇ ਤੇ ਦਿੱਲੀ ਸਿੱਧਾ ਵੀ ਜਾ ਸਕਦੇ ਸਨ, ਪਰ ਆਗਰੇ ਦੀ ਧਰਤੀ ਤੇ ਇੱਕ ਖੇਡ ਵਰਤਣੀ ਸੀ। ਇਤਿਹਾਸ ਵਿੱਚ ਦੋ ਪੱਖ ਆਉਂਦੇ ਨੇ। ਸੈਦ ਹਸਨ ਅਲੀ ਰਹਿੰਦਾ ਸੀ ਇੱਕ ਗਰੀਬ, ਉਹ ਅਰਦਾਸਾਂ ਕਰਦਾ ਸੀ, ਮਹਾਰਾਜ ਜੇ ਅੰਤਰਜਾਮੀ ਹੋ, ਮੈਂ ਬਜ਼ੁਰਗ ਹਾਂ, ਬੇਟੀ ਦਾ ਵਿਆਹ ਕਰਨਾ ਤੇ ਕਿਰਪਾ ਕਰੋ ਮੇਰੇ ਦੁਆਰਾ ਕਿਤੇ ਗ੍ਰਿਫਤਾਰੀ ਦੇ ਦਿਓ ਤੇ ਮੈਨੂੰ ਇਨਾਮ ਮਿਲ ਜਾਏਗਾ ਤੇ ਮੇਰਾ ਬੁਢੇਪਾ ਸੌਖਾ ਨਿਕਲ ਜਾਏਗਾ ਤੇ ਬੇਟੀ ਦਾ ਵਿਆਹ ਵੀ ਹੋ ਜਾਏਗਾ। ਤੇ ਆਗਰੇ ਵਿੱਚ ਇੱਕ ਕੋਤਵਾਲ ਸੀਗਾ, ਉਹ ਵੀ ਅਰਦਾਸਾਂ ਕਰਦਾ ਸੀ ਇਨਾਮ ਲੈਣ ਵਾਸਤੇ, ਹੇ ਖੁਦਾ ਕਿਤੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰ ਲਵਾਂ ਤੇ ਇਨਾਮ ਮੈਨੂੰ ਮਿਲ ਜਾਏਗਾ। ਜੇ ਇਹਨੂੰ ਗ੍ਰਿਫਤਾਰ ਕਰਨਾ ਹੈ ਤੇ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਖੁਦਾ ਕੋਲ ਬੇਨਤੀ ਕਰਦੇ ਨੇ, ਉਹ ਤਾਂ ਆਪ ਹੀ ਖੁਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਦੀ ਭਾਵਨਾ ਪੂਰਨ ਕਰਨ ਵਾਸਤੇ ਆਗਰੇ ਗਏ ਸੀ। ਬੜੀ ਵੱਡੀ ਖੇਡ ਹੈ। ਜੇ ਆਪ ਗ੍ਰਿਫਤਾਰ ਹੋਣਾ ਸੀ ਤੇ ਦਿੱਲੀ ਸਿੱਧਾ ਹੀ ਤੁਰ ਜਾਂਦੇ, ਪਰ ਸਤਿਗੁਰੂ ਦਿੱਲੀ ਨਹੀਂ ਗਏ, ਆਗਰੇ ਦੀ ਧਰਤੀ ਤੇ ਚਰਨ ਪਾਏ ਤੇ ਤੁਰਕਾਂ ਦੇ ਘਰ ਵਿੱਚ ਜਾ ਕੇ ਆਪਣੇ ਆਪ ਨੂੰ ਆਪ ਗ੍ਰਿਫਤਾਰ ਕਰਾਇਆ ਹੈ। ਗੁਰੂ ਸਾਹਿਬ ਜੀ ਆਗਰੇ ਗਏ। ਉੱਥੇ ਇੱਕ ਮਾਤਾ ਰਹਿੰਦੀ ਸੀ, ਇਤਿਹਾਸ ਵਿੱਚ ਉਹਦਾ ਨਾਮ ਵੀ ਮਾਈ ਭਾਗੋ ਹੀ ਆਇਆ। ਇੱਕ 10ਵੇਂ ਪਾਤਸ਼ਾਹ ਜੀ ਦੇ ਸਮੇਂ, ਪਰ ਇਹਦਾ ਨਾਮ ਵੀ ਮਾਈ ਭਾਗੋ ਲਿਖਿਆ ਤੇ ਉਹਦੇ ਹਿਰਦੇ ਵਿੱਚ ਦਰਸ਼ਨਾਂ ਦੀ ਬੜੀ ਤਾਂਘ ਸੀ, ਬਜ਼ੁਰਗ ਹੋ ਗਈ। ਗੁਰੂ ਸਾਹਿਬ ਜੀ ਨੇ ਪਹਿਲਾਂ ਉਸ ਮਾਤਾ ਨੂੰ ਦਰਸ਼ਨ ਦਿੱਤੇ। ਉਪਰੰਤ ਆਗਰੇ ਦੇ ਵਿੱਚ ਇੱਕ ਬਾਗ ਵਿੱਚ ਸਤਿਗੁਰੂ ਜਾ ਕੇ ਬਿਰਾਜਮਾਨ ਹੋਏ। ਉੱਥੇ ਇੱਕ ਆਜੜੀ ਸੀ, ਬੱਚਾ ਸੀ ਜਿਹੜਾ ਆਪਣੀਆਂ ਭੇਡਾਂ ਬੱਕਰੀਆਂ ਚਰਾਉਂਦਾ ਸੀਗਾ ਤੇ ਹਜ਼ੂਰ ਦੇ ਨਾਲ 5 ਸਿੱਖ ਸਨ ਤੇ ਬੱਕਰੀਆਂ ਚਰਾਉਂਦਾ ਪਿਆ ਸੀ ਤੇ ਗੁਰੂ ਸਾਹਿਬ ਨੇ ਉਹਨੂੰ ਆਵਾਜ਼ ਮਾਰੀ ਤੇ ਆਪਣੇ ਕੋਲ ਸੱਦਿਆ। ਇਤਿਹਾਸਕਾਰਾਂ ਨੇ ਬਚਨ ਲਿਖਿਆ ਕਿ ਉਹ ਆਜੜੀ ਜਿਹੜਾ ਸੈਦ ਹਸਨ ਅਲੀ ਸੀ ਉਹਦਾ ਪੋਤਰਾ ਸੀਗਾ ਤੇ ਉਹ ਬੱਕਰੀਆਂ ਚਾਰਦਾ ਸੀ। ਪਾਤਸ਼ਾਹ ਕਹਿੰਦੇ ਭਾਈ ਇੱਧਰ ਆ, ਇਸ ਤਰ੍ਹਾਂ ਕਰ, ਸਾਨੂੰ ਭੁੱਖ ਲੱਗੀ ਹੋਈ ਹੈ ਤੇ ਬਾਜ਼ਾਰ ਵਿੱਚ ਜਾ ਕੇ ਨਾ ਦੁੱਧ ਤੇ ਮਠਿਆਈ ਲੈ ਕੇ ਆ। ਆਪਣੇ ਹੱਥ ਦੇ ਵਿੱਚ ਪਾਈ ਹੋਈ ਕੀਮਤੀ ਛਾਪ ਤੇ ਸਾਧ ਸੰਗਤ ਜੀ ਉਹਨੂੰ ਦੇ ਦਿੱਤੀ ਵੀ ਆਹ ਲੈ ਜਾ, ਇਹਨੂੰ ਵੇਚ ਕੇ ਕੁਛ ਲੈ ਆਈ। ਕਹਿੰਦਾ ਕਾਹਦੇ ਵਿੱਚ ਪਾ ਕੇ ਲਿਆਵਾਂਗਾ, ਮੇਰੇ ਬਸਤਰ ਸਾਫ਼ ਨਹੀਂ, ਮੈਨੂੰ ਕੋਈ ਬਸਤਰ ਚਾਹੀਦਾ। ਆਪਣਾ ਕੀਮਤੀ ਦੁਸ਼ਾਲਾ ਮਹਾਰਾਜ ਨੇ ਦੇ ਦਿੱਤਾ ਵੀ ਲੈ ਭਾਈ ਆ ਜਿਹੜਾ ਦੁਸ਼ਾਲਾ ਤੂੰ ਲੈ ਜਾ, ਇਹਦੇ ਵਿੱਚ ਸਮਾਨ ਪਾ ਕੇ ਲੈ ਆਵੀਂ। ਹਲਵਾਈ ਹੱਟੀ ਜਾਏ ਕਰਿਓ ਪ੍ਰਗਟ ਹੋਣੇ ਦਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਪ੍ਰਗਟ ਹੋਣ ਵਾਸਤੇ ਨਾ ਕੌਤਕ ਵਰਤਾ ਦਿੱਤਾ। ਹੁਣ ਉਹ ਜਿਹੜਾ ਆਜੜੀ ਬੱਚਾ ਹਲਵਾਈ ਦੀ ਦੁਕਾਨ ਤੇ ਗਿਆ ਤੇ ਜਾ ਕੇ ਉਹਨੇ ਦੁੱਧ ਤੇ ਮਠਿਆਈ ਮੰਗੀ ਤੇ ਉਹਨੇ ਆਖਿਆ ਵੀ ਪੈਸੇ, ਉਹਨੇ ਆਖਿਆ ਵੀ ਆ ਮੇਰੇ ਕੋਲ ਕੀਮਤੀ ਛਾਪ ਹੈ ਵੀ ਆਹ ਲੈ ਲੈ। ਹੁਣ ਹਲਵਾਈ ਨੇ ਜਦੋਂ ਉਹ ਸਾਧ ਸੰਗਤ ਛਾਪ ਦੇਖੀ ਹੈਰਾਨ ਹੋ ਗਿਆ, ਕਹਿੰਦਾ ਬੜੀ ਕੀਮਤੀ ਹੈ, ਤੈਨੂੰ ਕਿੱਥੋਂ ਮਿਲੀ ਹੈ? ਆਖਦਾ ਵੀ ਕੋਈ ਉਮਰਾਓ ਆਇਆ, ਉਹਨੂੰ ਨਹੀਂ ਸੀ ਪਤਾ ਵੀ ਕੌਣ ਨੇ। ਕੋਈ ਉਮਰਾਓ ਹੈ ਜਿਹੜਾ ਬਾਗ ਵਿੱਚ ਬੈਠਾ, ਉਹਨੇ ਸਮਾਨ ਮੰਗਾਇਆ ਤੇ ਉਹਨੇ ਮੈਨੂੰ ਛਾਪ ਦਿੱਤੀ ਤੇ ਮੈਂ ਛਾਪ ਲੈ ਕੇ ਆ ਗਿਆ। ਪਹਿਲਾਂ ਤਾਂ ਹਲਵਾਈ ਮੰਨ ਗਿਆ, ਜਦੋਂ ਮਠਿਆਈ ਤੋਲ ਕੇ ਪਾਣ ਲੱਗਾ ਕਹਿੰਦਾ ਕੁਝ ਲਿਆ, ਕਾਹਦੇ ਵਿੱਚ ਪਾਵਾਂ? ਜਦੋਂ ਦੁਸ਼ਾਲਾ ਮੂਹਰੇ ਕੀਤਾ ਨਾ ਵੀ ਇਹਦੇ 'ਚ ਪਾ ਦੇ, ਉਹਨੂੰ ਸ਼ੱਕ ਹੋ ਗਿਆ ਵੀ ਕੋਈ ਚੋਰ ਹੈ। ਆਖਦਾ ਵੀ ਇੰਨਾ ਕੀਮਤੀ ਦੁਸ਼ਾਲਾ ਤੂੰ ਇੱਥੇ ਖਰਾਬ ਕਰਨ ਲੱਗਾ ਹੈ। ਤੇ ਸਾਧ ਸੰਗਤ ਜੀ
ਇੱਕ ਇਤਿਹਾਸਕਾਰ ਨੇ ਬਚਨ ਲਿਖਿਆ ਕਿ ਜਦੋਂ ਇਹ ਜੰਗਲ ਬਾਗ ਵਿੱਚੋਂ ਨਿਕਲਿਆ ਨਾ ਬੱਚਾ, ਤੇ ਗੁਰੂ ਸਾਹਿਬ ਨੇ ਬਚਨ ਆਖਿਆ ਸੀ ਵੀ ਆਪਣੇ ਬਾਬੇ ਨੂੰ ਦਾਦੇ ਨੂੰ ਨਾਲ ਲੈ ਜਾਈਂ, ਤੇ ਨਾਲੇ ਕਹਿ ਦੇਈਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਭੇਜਿਆ। ਤੇ ਇਤਿਹਾਸਕਾਰਾਂ ਨੇ ਇਸ ਤਰ੍ਹਾਂ ਵੀ ਬਚਨ ਲਿਖਿਆ ਵੀ ਉਹ ਬੱਚਾ ਹਲਵਾਈ ਦੀ ਦੁਕਾਨ ਤੇ ਗਿਆ ਤੇ ਇਹਦਾ ਬਾਬਾ ਸਿੱਧਾ ਕੋਤਵਾਲੀ ਗਿਆ। ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ, ਕੋਤਵਾਲੀ ਲਿਜਾਇਆ ਗਿਆ, ਆਖਿਆ ਵੀ ਇਹਨੇ ਚੋਰੀ ਕੀਤੀ ਹੈ। ਕੋਤਵਾਲ ਨੇ ਤਾੜਿਆ, ਕਿੱਥੋਂ ਸਮਾਨ ਲਿਆ? ਉਹਨੇ ਆਖਿਆ ਜੀ ਰੱਬ ਦਾ ਵਾਸਤਾ ਚੋਰੀ ਨਹੀਂ ਕੀਤੀ, ਬਾਗ ਦੇ ਵਿੱਚ ਕੋਈ ਉਮਰਾਓ ਬੈਠਾ ਹੈ ਤੇ ਉਹ ਕਹਿੰਦੇ ਵੀ ਮੇਰਾ ਨਾਮ ਗੁਰੂ ਤੇਗ ਬਹਾਦਰ ਹੈ ਤੇ ਉਹਨਾਂ ਨੇ ਵਸਤੂਆਂ ਦਿੱਤੀਆਂ ਨੇ ਤੇ ਮੈਂ ਚੋਰੀ ਨਹੀਂ ਕੀਤੀ। ਸਾਧ ਸੰਗਤ ਜੀ ਉਸੇ ਵਕਤ ਉਹਨਾਂ ਦੇ ਕੰਨ ਖੜੇ ਹੋ ਗਏ ਕਿ ਜਿਹਨੂੰ ਨਗਰ ਦੇਸ਼ ਦੇ ਵਿੱਚ ਨਗਰ ਵਿੱਚ ਢੂੰਡਿਆ ਜਾ ਰਿਹਾ ਉਹ ਤਾਂ ਆਪੇ ਹੀ ਆ ਗਏ ਨੇ। ਇਸ ਤਰ੍ਹਾਂ ਉਹ ਕੋਤਵਾਲ ਆਪਣੇ ਸਿਪਾਹੀ ਲੈ ਕੇ ਬਾਗ ਦੇ ਵਿੱਚ ਪਹੁੰਚਿਆ ਤੇ ਜਾ ਕੇ ਉਹਨੇ ਘੇਰਾ ਪਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਪਹੁੰਚਿਆ ਹੈ। ਇਸ ਤਰ੍ਹਾਂ ਜਦੋਂ ਖਬਰ ਫੈਲ ਗਈ ਤੇ ਸਾਧ ਸੰਗਤ ਜੀ ਕਹਿੰਦੇ ਨੁਰੰਗੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਹੈ। ਉਹ ਕਹਿਣ ਲੱਗੇ ਕਿ ਜਿਹਨੂੰ ਅਸੀਂ ਢੂੰਡਦੇ ਸੀ ਨਾ ਉਹਨੂੰ ਅੱਜ ਅਸੀਂ ਘਰ ਦੇ ਵਿੱਚ ਹੀ ਲੱਭ ਲਿਆ, ਘਰ ਵਿੱਚ ਹੀ ਗ੍ਰਿਫਤਾਰ ਕਰ ਲਿਆ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਮਰਜ਼ੀ ਨਾਲ ਗ੍ਰਿਫਤਾਰੀ ਦਿੱਤੀ। ਔਰੰਗਜ਼ੇਬ ਬਾਦਸ਼ਾਹ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਹ ਜਿਹੜਾ ਹਸਨ ਅਲੀ ਸੀਗਾ, ਜਦੋਂ ਉਹਨੇ 9ਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਬੜਾ ਰੋਇਆ, ਕਹਿੰਦਾ ਸਤਿਗੁਰੂ ਮੈਨੂੰ ਨਹੀਂ ਸੀ ਪਤਾ ਤੁਸੀਂ ਇਤਨੇ ਮਹਾਨ ਹੋ, ਮੇਰੀ ਭਾਵਨਾ ਪੂਰਨ ਕਰਨ ਵਾਸਤੇ ਇੱਥੇ ਆ ਗਏ ਹੋ। ਤੇ ਸਤਿਗੁਰ ਜੀ ਮੈਂ ਤਾਂ ਮਾਇਆ ਦੀ ਖਾਤਰ ਮਾੜਾ ਚਿੱਤ ਵਧਾਰਿਆ, ਮੇਰੀ ਕੁੱਲ ਨੂੰ ਕਲੰਕ ਲੱਗ ਗਿਆ। ਗੁਰੂ ਸਾਹਿਬ ਕਹਿੰਦੇ ਨਹੀਂ ਭਲਿਆ, ਤੇਰੀ ਇੱਛਾ ਸੀ ਅਸੀਂ ਇਹ ਭਾਣਾ ਤੇ ਵਰਤਾਉਣਾ ਹੀ ਸੀ, ਪਰ ਤੇਰੀ ਇੱਛਾ ਸੀ, ਕੋਈ ਗੱਲ ਨਹੀਂ ਅਸਾਂ ਤੇਰੀ ਇੱਛਾ ਵੀ ਪੂਰਨ ਕਰ ਦਿੱਤੀ ਹੈ। ਕਹਿੰਦੇ ਗੁਰੂ ਸਾਹਿਬ ਜੀ ਨੂੰ ਉੱਥੇ ਰੱਖਿਆ ਗਿਆ ਆਗਰੇ। ਇਸ ਤੋਂ ਬਾਅਦ ਔਰੰਗਜ਼ੇਬ ਤੱਕ ਇਤਲਾਹ ਕੀਤੀ ਗਈ ਤੇ ਔਰੰਗਜ਼ੇਬ ਨੇ ਆਪਣੀਆਂ ਫੌਜਾਂ ਭੇਜੀਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਖਤ ਪਹਿਰੇ ਵਿੱਚ ਦਿੱਲੀ ਲਿਜਾਇਆ ਗਿਆ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੇ ਆਪ ਨੂੰ ਆਪ ਗ੍ਰਿਫਤਾਰ ਕਰਵਾਇਆ ਹੈ। ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਕੈਦ ਕੀਤਾ ਗਿਆ। ਜਿਸ ਦਿਨ ਦਿੱਲੀ ਲੈ ਕੇ ਗਏ ਨਾ ਮਹਾਰਾਜ ਨੂੰ, ਕਾਜੀ ਮੁਲਾਣੇ ਕਹਿੰਦੇ ਵੀ ਹੁਣ ਰੱਖੀਏ ਕਿੱਥੇ? ਤੇ ਸਾਧ ਸੰਗਤ ਜੀ ਉੱਥੇ ਇੱਕ ਨਾ ਹਵੇਲੀ ਸੀ ਜਿਹਦੇ ਵਿੱਚ ਪ੍ਰੇਤ ਰਹਿੰਦਾ ਸੀਗਾ। ਕਵੀ ਸੰਤੋਖ ਸਿੰਘ ਜੀ ਨੇ ਬਚਨ ਲਿਖਿਆ, ਉੱਥੇ ਉਹ ਕਿਸੇ ਨੂੰ ਟਿਕਣ ਨਹੀਂ ਸੀ ਦਿੰਦਾ। ਆਖਦੇ ਇੱਦਾਂ ਕਰੋ ਵੀ ਹਵੇਲੀ 'ਚ ਬੰਦ ਕਰ ਦਿਓ ਇਹਨਾਂ ਨੂੰ ਉੱਥੇ ਰਾਤ ਨੂੰ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਵੇਲੀ ਵਿੱਚ ਬੰਦ ਕੀਤਾ ਗਿਆ ਇਕੱਲੇ ਜਾਣਿਆਂ ਨੂੰ, ਤੇ ਬਾਕੀ ਸਿੱਖ ਜਿਹੜੇ 5 ਸਿੱਖ ਨਾਲ ਸਨ ਉਹਨਾਂ ਨੂੰ ਵੱਖਰੇ ਗ੍ਰਿਫਤਾਰ ਕਰਕੇ ਇੱਕ ਪਾਸੇ ਰੱਖਿਆ ਗਿਆ। ਤੇ ਉੱਥੇ ਪ੍ਰੇਤ ਰਹਿੰਦਾ ਸੀ। ਤੇ ਜਦੋਂ ਗੁਰੂ ਸਾਹਿਬ ਜੀ ਦੇ ਉਹਨੇ ਦਰਸ਼ਨ ਕੀਤੇ ਨਾ, ਮਹਾਰਾਜ ਦੇ ਚਰਨੀ ਢਹਿ ਪਿਆ, ਅਰਦਾਸ ਕੀਤੀ ਸਤਿਗੁਰੂ ਮੇਰਾ ਭਲਾ ਕਰੋ। ਕਹਿੰਦੇ ਗੁਰੂ ਸਾਹਿਬ ਜੀ ਵਾਸਤੇ ਉਹ ਗੰਨੇ ਲੈ ਕੇ ਆਇਆ ਛਕਣ ਵਾਸਤੇ। ਤੇ ਜਦੋਂ ਮਹਾਰਾਜ ਉਹ ਗੰਨੇ ਛਕਦੇ ਨੇ ਤੇ ਜਿਹੜੇ ਉਹਦੇ ਛਿੱਲੜ ਸੀ ਨਾ, ਗੰਨੇ ਛਕ ਕੇ ਛਿੱਲੜ ਸੱਟੇ ਤੇ ਉਹ ਪ੍ਰੇਤ ਨੇ ਚੁੱਕ ਕੇ ਮੁੱਖ ਵਿੱਚ ਪਾ ਲਏ ਤੇ ਗੁਰੂ ਸਾਹਿਬ ਜੀ ਦੇ ਸੀਤ ਪ੍ਰਸਾਦ ਦੇ ਨਾਲ ਉਹਦੀ ਪ੍ਰੇਤ ਦੀ ਜੂਨੀ ਛੁੱਟ ਗਈ। ਉਹਨਾਂ ਨੇ ਸੋਚਿਆ ਸੀ ਵੀ ਡਰ ਜਾਣਗੇ, ਪਰ ਉੱਥੇ ਵੀ ਪ੍ਰੇਤ ਦਾ ਭਲਾ ਕੀਤਾ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਉਹਦਾ ਵੀ ਭਲਾ ਕੀਤਾ। ਕਹਿੰਦੇ ਕੁਝ ਸੱਕੜ ਜਿਹੜੇ ਖਾ ਕੇ ਮਹਾਰਾਜ ਨੇ ਬਾਹਰ ਸੁੱਟੇ ਨਾ, ਤੇ ਭਾਈ ਮਤੀ ਦਾਸ ਜੀ ਦੇ ਹੱਥ ਲੱਗ ਗਏ ਤੇ ਉਹਨਾਂ ਛਕ ਲਏ। ਇੰਨੀ ਸਮਰੱਥਾ, ਇੰਨੀ ਤਾਕਤ ਆ ਗਈ ਉਹਨਾਂ ਵਿੱਚ। ਜਦੋਂ ਸਵੇਰ ਹੋਈ ਗੁਰੂ ਸਾਹਿਬ ਜੀ ਨੂੰ ਬਾਹਰ ਕੱਢਿਆ ਗਿਆ। ਤੁਰਕ ਤਾਂ ਸੋਚਦੇ ਸਨ ਵੀ ਡਰ ਗਏ ਹੋਵਣਗੇ ਜਾਂ ਪ੍ਰੇਤ ਨੇ ਵੈਸੇ ਖਤਮ ਕਰ ਦਿੱਤੇ ਹੋਵਣਗੇ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰ ਨਿਕਲੇ, ਚਿਹਰੇ ਦਾ ਪ੍ਰਤਾਪ ਵੇਖ ਕੇ ਉਹ ਵਿਸਮਾਦ ਰਹਿ ਗਏ ਵੀ ਇਹਨਾਂ ਦੇ ਮੁਖ ਉੱਪਰ ਰੰਚਕ ਮਾਤਰ ਵੀ ਡਰ ਪੈ ਨਹੀਂ। ਤੇ ਜਦੋਂ ਉੱਥੋਂ ਲੈ ਕੇ ਜਾਣ ਲੱਗੇ ਨਾ ਔਰੰਗਜ਼ੇਬ ਦੀ ਕਚਹਿਰੀ ਨੂੰ, ਤੇ ਭਾਈ ਮਤੀ ਦਾਸ ਕਹਿੰਦੇ ਮਹਾਰਾਜ ਇੰਨੇ ਦੁੱਖ ਕਿਉਂ ਸਹਿੰਦੇ ਹੋ, ਇੰਨੀ ਤਕਲੀਫ ਕਿਉਂ ਸਹਿੰਦੇ ਹੋ? ਮੈਨੂੰ ਹੁਕਮ ਕਰੋ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਵੀ ਇੰਨੀ ਤਾਕਤ ਕਿੱਥੋਂ ਆਈ ਹੈ? ਮਹਾਰਾਜ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ। ਤੇ ਗੁਰੂ ਸਾਹਿਬ ਜੀ ਨੇ ਬਾਂਹ ਪਕੜੀ ਤੇ ਨਿੰਬੂ ਵਾਂਗੂ ਨਿਚੋੜ ਲਿਆ, ਸਾਰੀਆਂ ਸ਼ਕਤੀਆਂ ਖਿੱਚ ਲਈਆਂ। ਆਖਣ ਲੱਗੇ ਵੀ ਜੋ ਕਰਨਾ ਚਾਹੁੰਦਾ ਹੁਣ ਕਰ ਲੈ। ਮਹਾਰਾਜ ਹੁਣ ਤਾਂ ਕਰਾਮਾਤ ਖਿੱਚ ਲਈ ਹੈ। ਸਤਿਗੁਰੂ ਕਹਿੰਦੇ ਜਿਹਨੇ ਇੰਨੀ ਸਮਰੱਥਾ ਦਿੱਤੀ ਹੈ
ਤੇਰੇ ਮਨ 'ਚ ਭੁਲੇਖਾ ਕਿ ਉਹਦੇ ਕੋਲ ਕਰਾਮਾਤ ਸ਼ਕਤੀ ਨਹੀਂ, ਕਿ ਉਹਦੇ ਕੋਲ ਸਮਰੱਥਾ ਨਹੀਂ। ਨਹੀਂ, ਸਾਡੇ ਕੋਲ ਵੀ ਸਭ ਕੁਝ ਹੈ, ਪਰ ਅਕਾਲ ਪੁਰਖ ਦਾ ਹੁਕਮ ਹੈ, ਹੋਣੀ ਇਸੇ ਤਰ੍ਹਾਂ ਹੀ ਹੋਣੀ ਹੈ। ਉਹਦੇ ਭਾਣੇ ਵਿੱਚ, ਉਸ ਮਾਲਕ ਦੀ ਆਗਿਆ ਵਿੱਚ ਰਹੋ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਕੈਦ ਕੀਤਾ, ਬੜਾ ਤਰਾਸ ਤੇ ਡਰ ਦਿੱਤਾ ਹੈ। ਇੱਕ ਪਿੰਜਰੇ ਵਿੱਚ ਕਹਿੰਦੇ ਕੈਦ ਕੀਤਾ ਗਿਆ ਗੁਰੂ ਸਾਹਿਬ ਨੂੰ ਬਾਅਦ ਵਿੱਚ। ਨਾ ਉਹਦੇ ਵਿੱਚ ਚੰਗੀ ਤਰ੍ਹਾਂ ਬਹਿ ਸਕਦੇ ਸਨ, ਨਾ ਆਰਾਮ ਕਰ ਸਕਦੇ ਸਨ, ਨਾ ਗੁਰੂ ਸਾਹਿਬ ਜੀ ਖਲੋ ਸਕਦੇ ਸਨ। ਗੁਰੂ ਸਾਹਿਬ ਜੀ ਨੂੰ ਪਿੰਜਰੇ ਵਿੱਚ ਕੈਦ ਕਰਕੇ ਉਹਨਾਂ ਨੇ ਇੱਕ ਮੁਗਲ ਜਿਹੜਾ ਸੀ ਸਤਿਗੁਰਾਂ ਦੇ ਪਾਸ ਭੇਜਿਆ ਹੈ। ਉਹਨਾਂ ਨੇ ਬੜੇ ਖੋਟੇ ਬੋਲ ਮਹਾਰਾਜ ਨੂੰ ਬੋਲੇ, ਬੜਾ ਭੈ ਦਿਖਾਇਆ। ਜੇ ਤੁਸੀਂ ਇਸਲਾਮ ਨਹੀਂ ਕਬੂਲ ਕਰੋਗੇ ਤੇ ਤੁਹਾਨੂੰ ਇੱਥੇ ਕਤਲ ਕਰ ਦਿੱਤਾ ਜਾਏਗਾ, ਸਜ਼ਾਵਾਂ ਦਿੱਤੀਆਂ ਜਾਣਗੀਆਂ। ਉਹ ਕਹਿਣ ਲੱਗਾ ਜੇ ਭਲਾ ਚਾਹੁੰਦੇ ਹੋ ਤੇ ਇਸਲਾਮ ਜਿਹੜਾ ਕਬੂਲ ਕਰ ਲਓ, ਤੇ ਜਾਂ ਫਿਰ ਕੋਈ ਕਰਾਮਾਤ ਕਰਕੇ ਵਿਖਾਓ। ਤੁਸੀਂ ਗੁਰੂ ਅਖਵਾਉਂਦੇ ਹੋ, ਤੁਹਾਡੇ ਕੋਲ ਕਰਾਮਾਤ ਹੋਵੇਗੀ, ਜਾਂ ਇਸਲਾਮ ਕਬੂਲ ਕਰ ਲਓ ਤੇ ਜਾਂ ਫਿਰ ਕੋਈ ਕਰਾਮਾਤ ਕਰਕੇ ਵਿਖਾਓ। ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਉੱਦਾਂ ਦੀ ਕੋਈ ਗੱਲ ਕਰਕੇ ਵੀ ਇੱਥੇ ਵਿਖਾਓ, ਤਾਂ ਕਿ ਸਾਨੂੰ ਵੀ ਤੁਹਾਡੇ ਤੇ ਭਰੋਸਾ ਹੋ ਸਕੇ। ਜਿਸ ਤਰ੍ਹਾਂ ਤੁਸੀਂ ਲੋਕਾਂ ਵਿੱਚ ਆਪਣੇ ਆਪ ਨੂੰ ਸੱਚੇ ਪਾਤਸ਼ਾਹ ਅਖਵਾਉਂਦੇ ਹੋ, ਤੇ ਜਿਸ ਤਰ੍ਹਾਂ ਤੁਸੀਂ ਸਾਨੂੰ ਝੂਠਾ ਮਿੱਥਦੇ ਹੋ, ਸਾਨੂੰ ਝੂਠਾ ਕਹਿੰਦੇ ਹੋ ਤੇ ਆਪ ਸੱਚੇ ਬਣਦੇ ਹੋ, ਫਿਰ ਉੱਦਾਂ ਦਾ ਕੋਈ ਕਰਮ ਕਰਕੇ ਵੀ ਵਿਖਾਵੋ। ਜੇਕਰ ਇਸੇ ਪ੍ਰਕਾਰ ਤੁਸੀਂ ਸਾਡਾ ਬਚਨ ਮੰਨ ਕੇ ਮੁਸਲਮਾਨ ਨਾ ਬਣੇ, ਇਸਲਾਮ ਧਰਮ ਨਾ ਕਬੂਲਿਆ, ਤੇ ਅਸੀਂ ਕੋਈ ਤਾਣ, ਕੋਈ ਬਲ ਆਪਣਾ ਵਿਖਾਵਾਂਗੇ, ਆਪਣੀ ਤਾਕਤ ਦੇ ਨਾਲ ਤੁਹਾਨੂੰ ਮੁਸਲਮਾਨ ਬਣਾਵਾਂਗੇ। ਤੁਸੀਂ ਸਾਨੂੰ ਕੋਈ ਨਾ ਕੋਈ ਕਰਾਮਾਤ ਜ਼ਰੂਰ ਵਿਖਾਵੋ। ਜਿਸ ਪ੍ਰਕਾਰ ਬਾਬੇ ਰਾਮ ਰਾਏ ਨੇ ਆ ਕੇ ਸਾਡੀ ਗੱਲ ਮੰਨੀ, ਇੱਥੇ ਉਹਨੇ ਕਰਾਮਾਤਾਂ ਵਿਖਾਈਆਂ ਤੇ ਅਸੀਂ ਉਹਨਾਂ ਨੂੰ ਬੜਾ ਮਾਣ ਸਤਿਕਾਰ ਦਿੱਤਾ, ਤੇ ਤੁਸੀਂ ਵੀ ਇਸੇ ਪ੍ਰਕਾਰ ਬਾਬੇ ਰਾਮ ਰਾਏ ਦੇ ਵਾਂਗੂ ਸਾਨੂੰ ਕਰਾਮਾਤ ਵਿਖਾਣਾ ਕਰੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣ ਕੇ ਇਹ ਜਵਾਬ ਦਿੱਤਾ। ਹਜ਼ੂਰ ਕਹਿੰਦੇ ਜਿਸ ਰਾਮ ਰਾਏ ਦੀ ਗੱਲ ਤੁਸੀਂ ਕਰਦੇ ਹੋ ਨਾ, ਉਹਨੇ ਸਾਡੇ ਬਚਨ ਮੰਨ ਕੇ ਕਰਾਮਾਤਾਂ ਵਿਖਾਈਆਂ। ਬਾਬੇ ਰਾਮ ਰਾਏ ਨੇ ਕੁਝ ਚੰਗਾ ਨਹੀਂ ਕੀਤਾ, ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅਸੂਲਾਂ ਦੇ ਮੁਤਾਬਕ ਉਹ ਨਹੀਂ ਚੱਲਿਆ। ਰਾਮ ਰਾਏ ਕਰਾਮਾਤਾਂ ਵਿਖਾ ਕੇ ਆਪ ਤਾਂ ਵਡਿਆਈ ਲੈ ਗਿਆ, ਤੁਸੀਂ ਉਹਦੀ ਮਹਿਮਾ ਕਰਦੇ ਹੋ ਵੀ ਬੜਾ ਕਰਾਮਾਤੀ ਹੈ, ਪਰ ਜਿਹੜੀ ਬਲਾ ਹੈ ਉਹਨੇ ਤਾਂ ਪਿਛਲਿਆਂ ਦੇ ਗਲ ਪਾ ਦਿੱਤੀ ਨਾ। ਭਾਵ ਕਿ ਰਾਮ ਰਾਏ ਕਰਾਮਾਤੀ ਤੁਸੀਂ ਜਾਣਦੇ ਹੋ ਤੇ ਤੁਸੀਂ ਇਹ ਸੋਚਦੇ ਹੋਵੋਗੇ ਅਸੀਂ ਵੀ ਕਰਾਮਾਤੀ ਆ, ਉਹ ਗੱਲ ਫਿਰ ਸਾਡੇ ਬਲਾ ਜਿਹੜੀ ਹੈ ਨਾ ਉਹ ਸਾਡੇ ਗਲ ਪੈ ਗਈ ਨਾ। ਹੁਣ ਤੁਸੀਂ ਉਹਦੀ ਉਦਾਹਰਣ ਦੇ ਕੇ ਸਾਨੂੰ ਕਰਾਮਾਤ ਕਰਨ ਵਾਸਤੇ ਆਖਦੇ ਹੋ। ਜੇਕਰ ਰਾਮ ਰਾਏ ਨੇ ਇੱਥੇ ਆ ਕੇ ਤੁਹਾਨੂੰ ਕਰਾਮਾਤ ਵਿਖਾਈ, ਸ਼ਕਤੀ ਵਿਖਾਈ ਹੈ, ਇਸ ਕਰਕੇ ਤੁਸੀਂ ਸਾਨੂੰ ਕਰਾਮਾਤ ਵਿਖਾਉਣ ਦੀ ਇਹ ਗੱਲ ਕਹਿ ਦਿੱਤੀ ਹੈ। ਰਾਮ ਰਾਏ ਨੂੰ ਪੀਰਾਂ ਫਕੀਰਾਂ ਦਾ ਪਾਪ ਲੱਗ ਗਿਆ। ਕਿਉਂ? ਕਿਉਂਕਿ ਔਰੰਗਜ਼ੇਬ ਨੇ ਮਹਾਂਪੁਰਸ਼ ਸੰਤ ਜਨ ਗ੍ਰਿਫਤਾਰ ਕੀਤੇ ਹੋਏ ਸਨ ਵੀ ਕਰਾਮਾਤ ਵਿਖਾਓ। ਜਿਵੇਂ ਰਾਮ ਰਾਏ ਨੇ ਵਿਖਾਈ, ਤੁਸੀਂ ਵੀ ਉੱਦਾਂ ਕਰਾਮਾਤ ਵਿਖਾਓ। ਹੁਣ ਹਰ ਕਿਸੇ ਕੋਲ ਤਾਂ ਕਰਾਮਾਤ ਹੁੰਦੀ ਨਹੀਂ, ਹਰ ਕੋਈ ਤਾਕਤਵਰ ਤਾਂ ਹੁੰਦਾ ਨਹੀਂ, ਹੁਣ ਉਹ ਕਰਾਮਾਤ ਕਿੱਥੋਂ ਵਿਖਾਉਣ? ਇਸ ਕਰਕੇ ਉਹਨਾਂ ਨੂੰ ਇਹ ਕੈਦ ਵਿੱਚ ਪਾ ਕੇ ਤਾੜਨਾ ਦਿੰਦਾ ਸੀ, ਕਈਆਂ ਨੂੰ ਕਤਲ ਵੀ ਕਰ ਦਿੱਤਾ, ਮਾਰ ਵੀ ਦਿੱਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹਨਾਂ ਮਹਾਂਪੁਰਸ਼ਾਂ ਦਾ ਜਿਹੜਾ ਪਾਪ ਹੈ ਉਹ ਰਾਮ ਰਾਏ ਨੂੰ ਲੱਗਿਆ। ਉਹਨੇ ਕਰਾਮਾਤ ਵਿਖਾਈ ਤੇ ਜਿਹੜੀ ਬਲਾ ਸੀ ਉਹ ਦੂਜਿਆਂ ਦੀ ਗਲ ਪਾ ਦਿੱਤੀ ਹੈ। ਰਾਮ ਰਾਏ ਇਸ ਤਰ੍ਹਾਂ ਸਾਰਿਆਂ ਦਾ ਨਾਸ਼ ਕਰਵਾ ਗਿਆ ਹੈ।
ਸੋ ਭਾਈ ਇਹ ਜਿਹੜੀ ਕਰਾਮਾਤ ਹੈ ਉਹ ਹਰ ਕਿਸੇ ਦੇ ਵਿੱਚ ਨਹੀਂ ਹੁੰਦੀ, ਹਰ ਕੋਈ ਤਾਕਤਵਾਰ ਸਮਰੱਥਾ ਵਾਲਾ ਨਹੀਂ ਹੁੰਦਾ। ਕਰਾਮਾਤ ਤੁਮ ਛੱਡੋ ਨਾ ਕੋਈ। ਤੇ ਤੁਸੀਂ ਦੂਸਰੇ ਦੀ ਕਰਾਮਾਤ ਵੇਖਣ ਤੋਂ ਬਿਨਾਂ ਛੱਡਦੇ ਨਹੀਂ। ਤੁਸੀਂ ਕਹਿੰਦੇ ਹੋ ਵੀ ਜਾਂ ਮੁਸਲਮਾਨ ਬਣ ਜਾਓ ਆਪਣਾ ਧਰਮ ਛੱਡ ਕੇ, ਤੇ ਜਾਂ ਸਾਨੂੰ ਕਰਾਮਾਤ ਵਿਖਾ ਦਿਓ। ਇਹ ਕਰਾਮਾਤ ਹਮ ਦੇ ਨਾ ਜਾਹੀ। ਜਾ ਕੇ ਆਪਣੇ ਬਾਦਸ਼ਾਹ ਨੂੰ ਇਹ ਗੱਲ ਕਹਿ ਦਿਓ ਕਿ ਅਸੀਂ ਇਹ ਕਰਾਮਾਤ ਨਹੀਂ ਵਿਖਾਉਣੀ। ਵਿਚਰਨ ਕਹਿ ਜੋ ਗੈਲ ਲਗਾਹੀ। ਜੇ ਅਸੀਂ ਅੱਜ ਤੁਹਾਨੂੰ ਕਰਾਮਾਤ ਵਿਖਾਵਾਂਗੇ ਤੇ ਇਹ ਜਿਹੜੀ ਬਲਾ ਅਸੀਂ ਆਪਣੇ ਪਿਛਲਿਆਂ ਦੇ ਗਲ ਪਾ ਜਾਵਾਂਗੇ। ਅਸੀਂ ਕਰਾਮਾਤ ਵਿਖਾਤੀ, ਕੱਲ ਨੂੰ ਤੁਸੀਂ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਕਿਸੇ ਨੂੰ ਸੱਦੋਗੇ, ਆਖੋਗੇ ਵੀ ਕਰਾਮਾਤ ਵਿਖਾਓ। ਇਹ ਵਰਤਾਰਾ ਬੜਾ ਲੰਮਾ ਸਮਾਂ ਚੱਲਦਾ ਰਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਗੁਰੂ ਹਰਿਰਾਏ ਸਾਹਿਬ ਜੀ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਹੀ ਕਿਹਾ ਗਿਆ ਵੀ ਦਿੱਲੀ ਆਓ ਤੇ ਸਾਨੂੰ ਕਰਾਮਾਤਾਂ ਵਿਖਾਓ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੀ ਬਾਦਸ਼ਾਹ ਕਹਿੰਦਾ ਰਿਹਾ ਵੀ ਕਰਾਮਾਤ ਵਿਖਾਓ, ਆਪਣੀ ਕੋਈ ਨਾ ਕੋਈ ਤਾਕਤ ਵਿਖਾਓ ਤੁਸੀਂ। ਪਰ ਸਤਿਗੁਰੂ ਕਹਿੰਦੇ ਨਹੀਂ ਭਾਈ, ਅਸਾਂ ਕੋਈ ਕਰਾਮਾਤ ਨਹੀਂ ਵਿਖਾਉਣੀ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਕਹਿ ਕੇ ਇਨਕਾਰ ਕਰ ਦਿੱਤਾ ਵੀ ਅਸੀਂ ਕਰਾਮਾਤ ਨਹੀਂ ਵਿਖਾਵਾਂਗੇ। ਕਰਾਮਾਤ ਹੈ ਕਹਿ ਸੁਲਾਹੀ। ਹਜ਼ੂਰ ਕਹਿੰਦੇ ਵੀ ਕਰਾਮਾਤ ਕਹਿਰ ਦਾ ਨਾਮ ਹੈ ਤੇ ਅਸੀਂ ਇਹ ਜਿਹੜਾ ਕਹਿਰ ਨਹੀਂ ਕਰਨਾ ਚਾਹੁੰਦੇ। ਸ਼ਾਹ ਕੋ ਜਗਿਅਤ ਨਾਹੀ। ਇੱਕ ਪੀਰ ਇੱਕ ਸ਼ਾਹ ਭਾਵ ਬਾਦਸ਼ਾਹ, ਇੱਕ ਪੀਰ ਤੇ ਬਾਦਸ਼ਾਹ ਦੋਨਾਂ ਨੂੰ ਕਰਾਮਾਤ ਵਿਖਾਣੀ ਨਹੀਂ ਚਾਹੀਦੀ। ਗੈਰ ਹਟਾਵਨ ਕੋ ਕਿਉ ਦਉ। ਕਿਉਂਕਿ ਪਰਮਾਤਮਾ ਨੇ ਪੀਰ ਤੇ ਬਾਦਸ਼ਾਹ ਕਹਿਰ ਹਟਾਉਣ ਵਾਸਤੇ ਪੈਦਾ ਕੀਤੇ ਨੇ। ਜੇ ਜ਼ੁਲਮ ਹੁੰਦਾ ਹੈ ਤੇ ਬਾਦਸ਼ਾਹ ਪੈਦਾ ਕੀਤਾ ਨਾ ਵੀ ਲੋਕਾਂ ਦਾ ਨਿਆਂ ਕਰੋ, ਉਹਨਾਂ ਦਾ ਖਿਆਲ ਰੱਖੋ। ਪੀਰ ਫਕੀਰ ਭੇਜੇ ਵੀ ਜੇ ਲੋਕਾਂ ਨੂੰ ਕੋਈ ਦੁੱਖ ਹੈ ਉਹਨਾਂ ਦੇ ਸੰਕਟ ਨਿਵਰਤ ਕਰੋ। ਪਰਮਾਤਮਾ ਨੇ ਦੋਨਾਂ ਨੂੰ ਸਮਾਜ ਦੇ ਵਾਸਤੇ ਪੈਦਾ ਕੀਤਾ ਹੈ, ਲੋਕਾਂ ਵਾਸਤੇ, ਧਰਮ ਵਾਸਤੇ ਪੈਦਾ ਕੀਤਾ ਹੈ, ਤਾਂ ਕਿ ਉਹ ਦੋਨੇ ਲੋਕਾਂ ਵਿੱਚ ਆ ਕੇ ਕਹਿਰ ਹਟਾ ਸਕਣ। ਪੀਰ ਫਕੀਰ ਕਹਿਰ ਦੇਖੋ। ਇਸ ਪ੍ਰਕਾਰ ਜਿਹੜੇ ਪੀਰ ਤੇ ਫਕੀਰ ਹਨ ਉਹਨਾਂ ਨੂੰ ਕਹਿਰ ਨਹੀਂ ਵਿਖਾਣਾ ਚਾਹੀਦਾ। ਤੇ ਗੁਰੂ ਸਾਹਿਬ ਕਹਿੰਦੇ ਤੁਸੀਂ ਸਾਡੇ ਕੋਲੋਂ ਕਹਿਰ ਕਰਾਉਣਾ ਚਾਹੁੰਦੇ ਹੋ, ਇਹ ਨਹੀਂ ਹੋ ਸਕਦਾ। ਦੋਹਰਾ ਕਰਾਮਾਤ ਨਾਮ ਕਹਿਰ ਹੈ ਸੋ ਹਮ ਕਰਤੇ ਨਾਹੀਂ। ਇਸ ਕਰਕੇ ਭਾਈ ਜਿਹੜੀ ਕਰਾਮਾਤ ਹੈ, ਕਰਾਮਾਤ ਕਹਿਰ ਦਾ ਨਾਮ ਹੈ, ਉਹ ਨਹੀਂ ਅਸੀਂ ਤੁਹਾਨੂੰ ਵਿਖਾ ਸਕਦੇ। ਉੱਪਰ ਤੁਮ ਕਰੋ ਤੋ ਤੁਮ ਪੁੱਛੇ ਖੁਦਾਏ। ਜੇ ਅਸੀਂ ਤੁਹਾਨੂੰ ਕਰਾਮਾਤ ਨਹੀਂ ਵਿਖਾਉਂਦੇ ਤੇ ਤੁਸੀਂ ਸਾਡੇ ਤੇ ਕਹਿਰ ਕਰੋਗੇ ਨਾ, ਜਿਵੇਂ ਕਹਿੰਦੇ ਵੀ ਕਤਲ ਕਰ ਦਿਆਂਗੇ, ਤੁਹਾਨੂੰ ਸਜ਼ਾਵਾਂ ਦੇਾਂਗੇ। ਜੇ ਤੁਸੀਂ ਸਾਡੇ ਤੇ ਕਹਿਰ ਕਰੋਗੇ ਤੋ ਪੁੱਛੇ ਖੁਦਾਏ, ਫਿਰ ਖੁਦਾ ਤੁਹਾਨੂੰ ਆਪਣੇ ਦਰਗਾਹ ਵਿੱਚ ਪੁੱਛੇਗਾ ਵੀ ਤੁਸੀਂ ਸਾਡੇ ਤੇ ਕਿਉਂ ਇਹ ਕਹਿਰ ਕੀਤਾ। ਜੇ ਅਸੀਂ ਕਹਿਰ ਕਰਾਂਗੇ ਕਰਾਮਾਤ ਦਾ, ਖੁਦਾ ਸਾਨੂੰ ਪੁੱਛੇਗਾ। ਅਸੀਂ ਇਹ ਕੰਮ ਨਹੀਂ ਕਰਨਾ ਤੇ ਤੁਸੀਂ ਸਾਡੇ ਤੇ ਹੁਣ ਕਹਿਰ ਕਰੋਗੇ ਤੇ ਤੁਸੀਂ ਪ੍ਰਮਾਤਮਾ ਦੇ ਦਰਗਾਹ ਵਿੱਚ ਜਾ ਕੇ ਉੱਥੇ ਇਸੇ ਤਰ੍ਹਾਂ ਜਵਾਬਦੇਹ ਹੋਵੋਗੇ ਕਿ ਤੁਸੀਂ ਸਾਡੇ ਤੇ ਕਹਿਰ ਕੀਤਾ ਹੈ। ਸਾਧ ਸੰਗਤ ਦਿੱਲੀ ਵਿੱਚ ਹੋਰ ਬੜੇ ਕੌਤਕ ਵਾਪਰੇ। ਭਾਈ ਸੰਤੋਖ ਸਿੰਘ ਜੀ ਨੇ ਬਚਨ ਲਿਖੇ ਨੇ। ਇਤਿਹਾਸ ਬੜਾ ਲੰਮੇਰਾ ਹੈ। ਜਦੋਂ 9ਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਤੋਂ ਸ਼ਹਾਦਤ ਦੇਣ ਵਾਸਤੇ ਚੱਲੇ ਨੇ, ਕੇਵਲ ਸੰਖੇਪ ਵਿੱਚ ਦਾਸ ਨੇ ਇੱਕ ਦੋ ਪ੍ਰਸੰਗੀ ਸੁਣਾਏ ਨੇ। ਜਦੋਂ ਦਿੱਲੀ ਸਨ ਗੁਰੂ ਸਾਹਿਬ ਜੀ ਤੇ ਕੁਝ ਸਿੱਖਾਂ ਦੀ ਇਹ ਚਾਹਨਾ ਸੀ ਮਹਾਰਾਜ, ਕਿਉਂਕਿ 1400 ਸਿੱਖਾਂ ਦੇ ਘਰ ਸਨ ਦਿੱਲੀ ਵਿੱਚ ਉਸ ਸਮੇਂ। ਉਹ ਚਾਹੁੰਦੇ ਸਨ ਵੀ ਗੁਰੂ ਸਾਹਿਬ ਸਾਡੇ ਘਰ ਵਿੱਚ ਚਰਨ ਪਾਉਣ, ਲੰਗਰ ਪਾਣੀ ਛਕਣ। ਤੇ ਕਹਿੰਦੇ ਗੁਰੂ ਸਾਹਿਬ ਨੂੰ ਜਦੋਂ ਪਿੰਜਰੇ ਵਿੱਚ ਬੰਦ ਕੀਤਾ ਗਿਆ ਤੇ ਬੰਨਿਆ ਗਿਆ ਸੀ ਤੇ ਅੰਮ੍ਰਿਤ ਵੇਲੇ ਸਤਿਗੁਰੂ ਰੋਜ਼ ਜਮਨਾ ਤੇ ਇਸ਼ਨਾਨ ਕਰਨ ਜਾਂਦੇ ਸਨ। ਇੱਕ ਦਿਨ ਮੁਲਾਣਿਆਂ ਨੇ ਵੇਖ ਲਿਆ ਗੁਰੂ ਸਾਹਿਬ ਨੂੰ। ਉਹ ਹੈਰਾਨ ਹੋ ਗਏ ਵੀ ਇਹ ਤਾਂ ਕੈਦ ਵਿੱਚ ਨੇ ਤੇ ਬਾਹਰ ਕਿਵੇਂ ਫਿਰਦੇ ਨੇ। ਔਰੰਗਜ਼ੇਬ ਨੂੰ ਜਾ ਕੇ ਸ਼ਿਕਾਇਤ ਕੀਤੀ ਵੀ ਉਹ ਤਾਂ ਬਾਹਰ ਫਿਰਦੇ ਨੇ। ਔਰੰਗਜ਼ੇਬ ਨੇ ਕੋਤਵਾਲ ਸੱਦ ਲਏ, ਜੇਲ੍ਹਦਾਰ ਜਿਹੜੇ ਸਨ ਉਹ ਸੱਦ ਲਏ। ਜੇਲਰਾਂ ਨੂੰ ਆਖਿਆ ਤੁਸੀਂ ਤਕੜਾਈ ਨਹੀਂ ਕੀਤੀ, ਉਹ ਤਾਂ ਬਾਹਰ ਫਿਰਦੇ ਨੇ। ਉਹ ਕਹਿੰਦੇ ਨਹੀਂ ਜਨਾਬ ਬਾਦਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਤਾਂ ਕੈਦ ਵਿੱਚ ਪਿੰਜਰੇ ਵਿੱਚ ਬੈਠੇ ਨੇ। ਇਹ ਕੌਤਕ ਬਾਅਦ ਵਿੱਚ ਫਿਰ ਵਾਪਰਿਆ, ਇੱਕ ਵਾਰੀ ਨਹੀਂ ਕਈ ਵਾਰੀ ਵਾਪਰਿਆ। ਮਹਾਰਾਜ ਸਿੱਖਾਂ ਦੇ ਘਰ ਵਿੱਚ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਸਨ, ਉਹਨਾਂ ਦੀ ਭਾਵਨਾ ਪੂਰਨ ਕਰਨ ਵਾਸਤੇ। ਤੇ ਕਾਜੀ ਮੁਲਾਣਿਆਂ ਨੇ ਫਿਰ ਇਹ ਕੌਤਕ ਵੇਖਿਆ ਤੇ ਕਹਿੰਦੇ ਉਹਨਾਂ ਨੇ ਜਾ ਕੇ ਫਿਰ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ। ਆਖਣ ਲੱਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਘਰ ਵਿੱਚ ਜਾਂਦੇ ਨੇ। ਭਾਈ ਸੰਤੋਖ ਸਿੰਘ ਕਹਿੰਦੇ
कि बादशाह ने अपने एहलकार भेजे, अपने बंदे भेजे, कहता जेलरां ते हो सकता मैनूं विश्वास ना होवे भी ये जान बुझ के करते होण भी गुरु साहब नूं बाहर कढ़दे होण। उन्हें जाके ना अपने उमराव ऐदिए एहलकार भेज दिते, खास बंदे भेजे भी तुसीं वेख के आओ। कहते जदों गए तो वेख्या गुरु साहब उत्थे ही बैठे हुए सन। औरंगजेब फिर गुस्से विच आ गया, काजियां नूं कहण लगा वो तां फिर अंदर ही बैठे हुए ने, आखदे ने कि हुण असीं जदों अपणीआं अखां नाल वेखांगे फिर दसांगे। उन्होंने फिर वेख्या गुरु तेग बहादुर साहब जी नूं सिखां दे घर प्रशादा छकदिआं, तुरंत आ गए, आख्या भी फलाणे सिख दे घर विच महाराज बैठे ने। औरंगजेब ने अपने कुछ एहलकार भेजे सिख दे घर च, ते कुछ एहलकार जिहड़े सन वो भेजे इधर जेल दे विच भी दोने जाने परख करके आओ भी किथे ने। हुण जिहड़े ऐदिए सिख दे घर विच गए उन्हां वेख्या महाराज उत्थे बैठे लंगर छक रहे सन। सतगुर की गत सतगुरु जानदा है, मनुख नहीं समझ सकता। कोई कहे भी इदां किवें हो सकदा है, गुरु साहब एक समय हर थाई होंदे ने, घट घट मैं हरजू वसै, हरेक घट विच गुरु दा वास आया, हरेक सिख दी रसना ते बाणी रूप हो के महाराज वसदे ने, हरेक सिख दे हिरदे विच जपजी साहब दा रूप हो के महाराज वसदे ने। उत्थे कोई शंके वाली बात नहीं रहिंदी। जदों उन्होंने वेख्या सतगुरु उत्थे विराजमान, वो जाके कहण लगे बादशाह गुरु साहब तां उत्थे सिख दे घर बैठे ने, ते जेड़े इधर जेल विच वेखण गए उन्हां वेख्या महाराज पिंजरे च बैठे ने। वो जाके कहण लगे बादशाह तां पिंजरे विच बैठे ने। औरंगजेब बड़ा हैरान होया, आखण लगा कि मैं कहना भी करामात विखाओ, मैनू करामात नहीं विखाउंदे, आप सिखां दे घर विच जाके लंगर भी छकदे ते जेल च भी बैठे ने। तबै नरंग गुस्सा किया, फिर नरंगे ने बड़ा गुस्सा किया, अंदरों सड़ बल गया कि मैं बादशाह समझदा ते इन्हां मेरी गल नहीं मन्नी ते मेरी कैद विच बह के मैनू आखदे भी मैं करामात नहीं विखाउणी। आखण लगा गुरु साहब जी नूं कि तुसीं गल्लां दे नाल जीवना चाहुंदे हो, मैं केवल तुहाडे सामने दो गल्लां रखदा। पहली गल, जां तां तुसीं इस्लाम कबूल कर लो ते मुसलमान बन जाओ, ते जे तुसीं मुसलमान नहीं बनना चाहुंदे ते हजूर जी कहंदे तुसीं मरना प्रवान कर लो, इस तरह तुहानूं कतल कर दिता जाएगा, तुसीं मरना प्रवान कर लो। कहण लगा कि तुहाडा जिहड़ा शरीर है ना कच्चे चम दे विच मैं मढ़ा के तुहानूं मार दियांगा। इस तरह कच्चे चम दे विच तुहानूं मड़ के ते धुੱਪ 'ਚ रख दिता जाएगा। जदों किसी दे शरीर नूं कच्चे चम दे विच मड़ के ते धुੱਪ विच रख दिंदे ने ना, ते धुੱਪ दे नाल ਉਹ ਜਿਹੜਾ चम हुंदा है वो सुंगड़ना शुरू हो जाता है, ਤੇ ਜਦੋਂ ਸੁੰਗੜਦਾ ਤੇ ਸਰੀਰ ਨੂੰ ਬੜਾ ਦੁੱਖ ਮਿਲਦਾ ਹੈ ਤੇ ਉਹਦੇ ਵਿੱਚ ਬੰਦੇ ਦੀ ਮੌਤ ਹੋ ਜਾਂਦੀ ਹੈ। ਤਾਂ ਉਹ ਕਹਿੰਦਾ ਵੀ ਤੁਹਾਡਾ ਸਰੀਰ ਕੱਚੇ ਚਮ ਦੇ ਵਿੱਚ ਮੜ ਕੇ ਤੇ ਧੁੱਪ ਦੇ ਵਿੱਚ ਸੁਕਾ ਕੇ ਤੁਹਾਨੂੰ ਸਜ਼ਾ ਦਿਆਂਗਾ। ਜਿਸ ਤਰ੍ਹਾਂ ਤੁਹਾਨੂੰ ਧੁੱਪ ਪਏਗੀ ਤੁਹਾਡੇ ਸਰੀਰ ਉੱਪਰ, ਜਿਸ ਤਰ੍ਹਾਂ ਚਮ ਸੁੱਕੇਗਾ, ਉਸ ਤਰ੍ਹਾਂ ਤੁਹਾਨੂੰ ਬਹੁਤ ਜ਼ਿਆਦਾ ਸਜ਼ਾ ਮਿਲੇਗੀ, ਬੜੀ ਤਾੜਨਾ ਮਿਲੇਗੀ, ਬੜਾ ਦੁੱਖ ਮਿਲੇਗਾ। बड़े कोरे जे शब्द बोलता है गुरु साहब नूं कि तुसीं गुरु अखा के ते सारा जहान लुट के खा गए हो, ते हुण तुसीं किवें मुसलमान नहीं हुंदे। मैं वेखदा आ मेरी ताकत दे सामने तुसीं किवें इस्लाम कबूल नहीं करदे। आखण लगा कि मुसलमान जिहड़े ने वो हिंदुआं दे समान नहीं कि तुसीं ज़्यादा वड्डे हो, असीं नीच आ, असीं छोटे आ, असीं भी हिंदुआं दे वर्गे उन्हां दे नालों वड्डे हां। तुसीं साडे तो नठ नठ के परां जांदे हो, भी तुसीं मुसलमान नहीं बनना चाहुंदे, हिंदू ही रहना चाहुंदे हो। गुरु तेग बहादुर साहब जी ने मन विच विचार कर लई है। सतगुरु सोचते ने भी हुण साडा समा जिहड़ा वो नज़दीक आ चुका है,
ਹੁਣ ਉਹ ਸਮਾਂ ਨੇੜੇ ਆ ਗਿਆ ਕਿ ਆਪਣਾ ਬਲੀਦਾਨ ਦੇ ਕਰਕੇ ਹਿੰਦੁਸਤਾਨ ਦੀ ਰੱਖਿਆ ਕਰੀਏ। ਜਿਸ ਵਕਤ ਨੂੰ ਅਸੀਂ ਟੋਲਦੇ ਆ ਰਹੇ ਹਾਂ, ਜਿਸ ਸਮੇਂ ਦੀ ਭਾਲ ਕਰਦੇ ਆ ਰਹੇ ਹਾਂ, ਅੱਜ ਉਹ ਜਿਹੜਾ ਵਕਤ ਸਾਨੂੰ ਲੱਭ ਪਿਆ ਹੈ ਜਦੋਂ ਅਸੀਂ ਆਪਣਾ ਸੀਸ ਦੇ ਕੇ ਔਰੰਗਜ਼ੇਬ ਬਾਦਸ਼ਾਹ ਦੁਆਰਾ ਜ਼ੁਲਮਾਂ ਦਾ ਜੋ ਝੱਖੜ ਝੁਲਾਇਆ ਜਾ ਰਿਹਾ ਉਹਨੂੰ ਠੱਲ ਪਾ ਸਕੀਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉੱਥੇ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਉਹ ਉਚਾਰਨ ਕੀਤੇ ਹਨ ਜੇਲ੍ਹ ਦੇ ਵਿੱਚ। ਇਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਸਨਮੁਖ 3 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। 2 ਸਿੱਖ ਜਿਹੜੇ ਸਨ ਉਹਨਾਂ ਨੂੰ ਪਾਤਸ਼ਾਹ ਨੇ ਭੇਜ ਦਿੱਤਾ ਸੀ ਇੱਥੋਂ, ਇੱਕ ਬਾਬਾ ਸਾਹਿਬ ਚੰਦ ਜੀ ਤੇ ਦੂਜੇ ਬਾਬਾ ਉਦੈ ਰਠੌਰ ਜੀ। ਇਹ 2 ਸਿੱਖਾਂ ਦੇ ਇਹਨਾਂ ਨੂੰ ਵੀ ਬੇੜੀਆਂ ਆਦਿਕ ਪਾਈਆਂ ਹੋਈਆਂ ਸਨ ਤੇ ਗੁਰੂ ਸਾਹਿਬ ਦੇ ਬਚਨਾਂ ਨਾਲੋਂ ਬੇੜੀਆਂ ਟੁੱਟ ਗਈਆਂ ਤੇ ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਨੂੰ ਭੇਜ ਦਿੱਤਾ ਵੀ ਜਾਓ ਉੱਥੇ ਨੂੰ ਕੂਚ ਕਰ ਜਾਓ। ਇਹ ਸਿੱਖ ਉੱਥੋਂ ਜੇਲ੍ਹ ਵਿੱਚੋਂ ਬਾਹਰ ਆ ਗਏ ਕਿਉਂਕਿ ਹਜ਼ੂਰ ਦਾ ਹੁਕਮ ਸੀ ਤੁਹਾਡੀ ਹਰੇ ਪਰਾ ਲਬਧ ਹੈ। ਤੇ ਸਭ ਤੋਂ ਪਹਿਲਾਂ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਨੂੰ। ਭਾਈ ਮਤੀ ਦਾਸ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਸੀ 9ਵੇਂ ਪਾਤਸ਼ਾਹ ਜੀ ਦੇ ਸਨਮੁਖ ਵੀ ਇਹ ਡਰ ਜਾਣਗੇ। ਉਹਨਾਂ ਨੇ ਭਾਈ ਮਤੀ ਦਾਸ ਜੀ ਨੂੰ ਫੱਟਿਆਂ ਦੇ ਵਿੱਚ ਬੰਨ੍ਹ ਕੇ ਤੇ ਸਿਰ ਤੇ ਆਰਾ ਰੱਖ ਕੇ ਤੇ ਵਿਚਕਾਰ ਤੋਂ ਚੀਰ ਦਿੱਤਾ ਸੀਗਾ, ਸ਼ਹੀਦ ਕਰ ਦਿੱਤਾ ਗਿਆ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਪਿੰਜਰੇ ਦੇ ਸਾਹਮਣੇ ਰੱਖ ਕੇ ਸ਼ਹੀਦ ਕੀਤਾ। ਤੇ ਉਥੇ ਸਾਧ ਸੰਗਤ ਦੂਜੇ ਸਿੱਖ ਸਨ ਭਾਈ ਦਿਆਲਾ ਜੀ। ਭਾਈ ਦਿਆਲਾ ਜੀ ਨੂੰ ਉਹਨਾਂ ਨੇ ਹੱਥ ਪੈਰ ਬੰਨ੍ਹ ਕੇ ਤੇ ਗਰਮ ਦੇਗ ਵਿੱਚ ਪਾਣੀ ਦੇ ਵਿੱਚ ਸੁੱਟ ਕੇ ਤੇ ਉਬਾਲ ਦਿੱਤਾ। ਦੂਸਰੇ ਸਿੱਖ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਮਹਾਰਾਜ ਦੇ ਨੇਤਰਾਂ ਸਾਹਮਣੇ। ਇਤਿਹਾਸ ਦਾ ਅਣਗੌਲਿਆ ਸਿੱਖ ਤੀਸਰਾ ਸਿੱਖ ਭਾਈ ਸਤੀ ਦਾਸ ਜੀ, ਜਿਨ੍ਹਾਂ ਦਾ ਜ਼ਿਕਰ ਬਹੁਤ ਘੱਟ ਕੀਤਾ ਜਾਂਦਾ ਹੈ। ਤੀਸਰੇ ਸਿੱਖ ਨੂੰ ਸ਼ਹੀਦ ਕੀਤਾ ਗਿਆ ਭਾਈ ਸਤੀ ਦਾਸ ਜੀ ਨੂੰ। ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਦਿੱਤਾ ਗਿਆ ਤੇ ਰੂੰ ਵਿੱਚ ਲਪੇਟ ਕੇ ਤੇ ਰੂੰ ਨੂੰ ਅੱਗ ਲਾ ਦਿੱਤੀ ਗਈ ਤੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ। ਇਹ ਜਿਹੜੇ 3 ਸਿੱਖ ਸਨ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਸ਼ਹੀਦ ਕੀਤਾ ਗਿਆ। 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਤੋਂ ਸਿੱਖ ਮਿਲਣ ਵਾਸਤੇ ਆਏ ਕਿਉਂਕਿ ਜਿਹੜੇ 2 ਸਿੱਖ ਗਏ ਸਨ ਉਹਨਾਂ ਨੇ ਚਿੰਤਾ ਪ੍ਰਗਟਾਈ ਜਾ ਕੇ ਵੀ ਇਹੋ ਜਿਹਾ ਭਾਣਾ ਉੱਥੇ ਵਾਪਰਿਆ ਤੇ ਮਾਤਾ ਜੀ ਦੀ ਚਿੰਤਾ ਦੂਰ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ 9ਵੇਂ ਮਹੱਲੇ ਦੇ ਸ਼ਲੋਕ ਲਿਖੇ। ਉਹਨਾਂ ਸ਼ਲੋਕਾਂ ਵਿੱਚੋਂ ਇੱਕ ਸ਼ਲੋਕ ਭਾਈ ਰਤਨ ਸਿੰਘ ਜੀ ਨੇ ਇੱਥੇ ਦਰਜ ਕੀਤਾ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ। ਉਹ ਕਹਿੰਦੇ ਚਿੰਤਾ ਤਾਂ ਉਹਦੀ ਕਰੀਏ ਜੇਕਰ ਕੋਈ ਅਣਹੋਣੀ ਹੁੰਦੀ ਹੋਵੇ। ਅਣਹੋਣੀ ਦਾ ਭਾਵ ਇਹ ਹੁੰਦਾ ਵੀ ਉਹ ਗੱਲ ਜਿਹੜੀ ਕਦੇ ਹੋਣੀ ਨਾ ਹੋਵੇ ਉਹਨੂੰ ਅਣਹੋਣੀ ਕਹਿੰਦੇ ਨੇ। ਸੰਸਾਰ ਦੇ ਅੰਦਰ ਹੋਣੀ ਹੁੰਦੀ ਹੈ, ਜੋ ਹੁੰਦਾ ਹੈ ਉਹ ਕਰਤਾਰ ਦਾ ਲਿਖਿਆ ਹੁੰਦਾ ਹੈ, ਉਹਦੇ ਹੁਕਮ ਦੇ ਅਨੁਸਾਰ ਹੁੰਦਾ ਹੈ। ਇਸ ਕਰਕੇ ਹਜ਼ੂਰ ਜੀ ਕਹਿੰਦੇ ਚਿੰਤਾ ਕਾਹਦੀ ਕਰਨੀ, ਸਰੀਰ ਤਿਆਗਣਾ ਇਹ ਤਾਂ ਹੋਣੀ ਹੈ, ਕਰਤਾਰ ਦਾ ਹੁਕਮ ਹੈ। ਅੱਜ ਨਹੀਂ ਤੇ ਕੱਲ ਨੂੰ ਤਾਂ ਤਿਆਗਣਾ ਹੀ ਤਿਆਗਣਾ, ਸੰਸਾਰ ਤੋਂ ਤਾਂ ਜਾਣਾ ਹੀ ਜਾਣਾ ਹੈ। ਇਸ ਕਰਕੇ ਭਾਈ ਚਿੰਤਾ ਤਾਂ ਉਹਦੀ ਕਰੀਏ ਜੇਕਰ ਕੋਈ ਅਣਹੋਣੀ ਹੁੰਦੀ ਹੋਵੇ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹਜ਼ੂਰ ਜੀ ਕਹਿੰਦੇ ਜਿਹੜਾ ਭਾਈ ਸੰਸਾਰ ਦਾ ਮਾਰਗ ਹੈ, ਇਸ ਸੰਸਾਰ ਦੇ ਅੰਦਰ ਕੋਈ ਵੀ ਥਿਰ ਨਹੀਂ ਰਹਿੰਦਾ। ਕਿਉਂ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ, ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਬਿਨਸ ਜਾਣਾ, ਉਹਨੇ ਨਾਸ਼ ਹੋ ਜਾਣਾ, ਉਹਨੇ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਕਿਸੇ ਅੱਜ ਤੇ ਕਿਸੇ ਕੱਲ ਚਲੇ ਜਾਣਾ, ਇਹ ਤਾਂ ਆਪਣੀ ਆਪਣੀ ਵਾਰੀ ਦੀ ਗੱਲ ਹੈ। ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਾਰੇ ਆਪਣੀ ਆਪਣੀ ਵਾਰੀ ਦੇ ਮੁਤਾਬਕ ਸੰਸਾਰ ਤੋਂ ਚਲੇ ਜਾਂਦੇ ਨੇ। ਇਸ ਕਰਕੇ ਨਾਨਕ ਥਿਰ ਨਹੀਂ ਕੋਏ। ਇਸ ਸੰਸਾਰ ਵਿੱਚ 9ਵੇਂ ਪਾਤਸ਼ਾਹ ਜੀ ਕਹਿੰਦੇ ਕੋਈ ਵੀ ਥਿਰ ਰਹਿਣ ਵਾਲਾ ਨਹੀਂ ਹੈ। ਸਭ ਸਤਿਗੁਰ ਜੀ ਜਾਣਿਓ ਸਮਾਂ ਪਹੁੰਚਿਓ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਣ ਲਿਆ ਕਿ ਹੁਣ ਸਾਡਾ ਸਮਾਂ ਆਣ ਪਹੁੰਚਿਆ ਹੈ। ਸੋ ਅਬ ਢੀਲ ਨਾ ਚਾਹੀਏ, ਇਹ ਸਿਰ ਸੀਸ ਲਗਾਏ। ਸੋ ਇਸ ਕਰਕੇ ਹੁਣ ਕੋਈ ਢਿੱਲ ਨਹੀਂ ਕਰਨੀ ਚਾਹੀਦੀ, ਤੁਰੰਤ ਹੀ ਆਪਣਾ ਜਿਹੜਾ ਸੀਸ ਉਹ ਲਗਾ ਕਰਕੇ ਤੇ ਦੁਸ਼ਟਾਂ ਦੀ ਜੜ ਪੱਟ ਦੇਣੀ ਚਾਹੀਦੀ ਹੈ। ਸਤਿਗੁਰ ਨੇ ਐਸ ਉਚਾਰਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਬਚਨ ਔਰੰਗੇ ਨੂੰ ਆਖੇ ਹਨ। ਦੇਖੋ ਤੁਮ ਭਾਰਾ
ਹਜ਼ੂਰ ਕਹਿੰਦੇ ਸਾਡਾ ਜਿਹੜਾ ਇਸ਼ਟ ਹੈ ਨਾ ਬੜਾ ਭਾਰਾ ਹੈ, ਬੜਾ ਤਾਕਤਵਾਰ ਅਜਮਤ ਵਾਲਾ। ਹਮਰਾ ਠਾਕੁਰ ਸਭ ਤੇ ਊਚਾ, ਰੈਣ ਦਿਨਸ ਤਿਸ ਗਾਵੋਗੇ। ਹਜ਼ੂਰ ਦਾ ਬਚਨ ਆਉਂਦਾ ਨਾ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਾਕੈ ਕੋਏ। ਉਹ ਸਾਡਾ ਸਾਹਿਬ ਬੜਾ ਡਾਢਾ ਹੈ, ਬੜਾ ਕਰਾਮਾਤੀ, ਬੜਾ ਭਾਰਾ ਹੈ। ਗੁਰੂ ਸਾਹਿਬ ਜੀ ਕਹਿੰਦੇ ਕਰਾਮਾਤ ਹੀ ਵੇਖਣੀ ਹੈ ਨਾ, ਚੱਲ ਫਿਰ ਅੱਜ ਤੈਨੂੰ ਕਰਾਮਾਤ ਵਿਖਾਉਂਦੇ ਹਾਂ। ਗੁਰੂ ਸਾਹਿਬ ਕਹਿੰਦੇ ਨੇ ਵੀ ਸਾਡਾ ਸੀਸ ਨਹੀਂ ਤੈਨੂੰ ਪ੍ਰਾਪਤ ਹੋਵੇਗਾ, ਕਰਾਮਾਤ ਵੇਖਣੀ ਹੈ ਤੇ ਅਸੀਂ ਤੈਨੂੰ ਅੱਜ ਕਰਾਮਾਤ ਹੀ ਵਿਖਾਉਂਦੇ ਹਾਂ। ਹਜ਼ੂਰ ਜੀ ਕਹਿੰਦੇ ਜਾ ਜਲਾਦ ਨੂੰ ਬੁਲਾ ਤੇ ਤਿੱਖੀ ਤੇਗ ਲੈ ਕੇ ਆ, ਸਾਡੇ ਸੀਸ ਦੇ ਉੱਪਰ ਤਿੱਖੀ ਤੇਗ ਦੇ ਨਾਲ ਤੂੰ ਵਾਰ ਕਰ। ਤੇ ਜਦੋਂ ਤੂੰ ਤਿੱਖੀ ਤੇਗ ਨਾਲ ਵਾਰ ਕਰੇਂਗਾ ਤੇ ਉਸ ਵਕਤ ਤੇਰਾ ਸਾਡਾ ਸੀਸ ਜਿਹੜਾ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਸਾਡੀ ਇਹ ਕਰਾਮਾਤ ਹੈ ਕਿ ਤੇਰੀ ਤੇਗ ਸਾਡਾ ਸੀਸ ਨਹੀਂ ਕੱਟ ਸਕਦੀ। ਅੱਜ ਤੈਨੂੰ ਇਹੋ ਜੀ ਕਰਾਮਾਤ ਵਿਖਾਵਾਂਗੇ। ਮਹਾਰਾਜ ਕਹਿੰਦੇ ਤਲਵਾਰ ਤਿੱਖੀ ਕਰਕੇ ਲਿਆ, ਥੋੜੀ ਜ਼ਿਆਦਾ ਤਿੱਖੀ ਕਰਕੇ ਲੈ ਕੇ ਆਵੀਂ, ਕਿਤੇ ਕੋਈ ਕਮੀ ਨਾ ਰਹਿ ਜਾਵੇ। ਜਿਸ ਤਲਵਾਰ ਦੇ ਨਾਲ ਰੋਜ਼ ਮਜ਼ਲੂਮਾਂ ਦਾ ਕਤਲ ਕਰਦਾ ਹੈ, ਲੋਕਾਂ ਦੀਆਂ ਗਰਦਨਾਂ ਵੱਢਦਾ ਹੈ, ਉਹਨਾਂ ਦੇ ਸੀਸ ਧੜ ਤੋਂ ਜੁਦਾ ਕਰਦਾ ਹੈ, ਅੱਜ ਉਹ ਤਲਵਾਰ ਤੂੰ ਤਿੱਖੀ ਕਰਕੇ ਸਾਡੇ ਵਾਸਤੇ ਵੀ ਲੈ ਕੇ ਆ। ਐਸੇ ਐਸੇ ਬਚਨ ਕਹਿ ਗੁਰ ਬੈਠੇ ਚੌਂਕੀ ਨਾਏ। ਦਿੱਲੀ ਦਾ ਚਾਂਦਨੀ ਚੌਂਕ ਬੜਾ ਕਹਿਰ ਵਾਲਾ ਚੌਂਕ ਹੈ, ਜਿੱਥੇ ਹਜ਼ਾਰਾਂ ਸਿੱਖਾਂ ਦੇ ਕਤਲ ਕੀਤੇ ਗਏ ਸਮੇਂ ਦੇ ਬਾਦਸ਼ਾਹ ਵੱਲੋਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉੱਥੇ ਬਿਠਾਇਆ ਗਿਆ। ਖੂਹ ਤੋਂ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਇਸ਼ਨਾਨ ਕਰਕੇ ਤੇ ਚੌਂਕੜਾ ਮਾਰ ਕੇ ਚੌਂਕੀ ਦੇ ਉੱਤੇ ਗੁਰੂ ਸਾਹਿਬ ਜੀ ਬਹਿ ਗਏ ਤੇ ਇਹ ਬਚਨ ਆਖਿਆ ਕਿ ਜਦੋਂ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਬਚਨ ਕਹਿ ਕੇ ਸੀਸ ਨਵਾਵਾਂਗੇ ਤੇ ਤੁਸੀਂ ਤਲਵਾਰ ਦਾ ਵਾਰ ਕਰ ਦੇਣਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੇ ਬਿਰਾਜਮਾਨ ਹੋ ਗਏ ਹਨ। ਨੌਵੇਂ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਸਮਾਪਤੀ ਕਰਕੇ ਜਦੋਂ ਆਪਣਾ ਸੀਸ ਨਵਾਇਆ ਤੇ ਜਿਹੜਾ ਜਲਾਦ ਸੀ ਉਹਨੇ ਤੇਗ ਦਾ ਵਾਰ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਹੈ। ਇਸ ਤਰ੍ਹਾਂ ਦਾ ਕੌਤਕ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਵਿਖਾਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਧ ਸੰਗਤ ਪ੍ਰਗਟੇ ਸਿਰ ਗੁਰ ਤੇਗ ਬਹਾਦਰ ਸਗਲ ਹਿੰਦ ਪੈ ਢਾਪੀ ਚਾਦਰ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਤਨ ਦੀ ਚਾਦਰ ਸਾਰੇ ਹਿੰਦੁਸਤਾਨ ਤੇ ਪਾ ਕੇ ਉਹਨਾਂ ਦੀ ਪੱਤ ਰੱਖ ਲਈ। ਗੁਰੂ ਸਾਹਿਬ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਹੋ ਗਿਆ। ਸੀਸ ਦਿਓ ਪਰ ਸਿਰ ਨਾ ਦਿਓ। ਆਪਣਾ ਸੀਸ ਤਾਂ ਦੇ ਦਿੱਤਾ ਗੁਰੂ ਸਾਹਿਬ ਜੀ ਨੇ, ਪਰ ਆਪਣਾ ਜਿਹੜਾ ਸਿਰੜ ਸੀ, ਆਪਣਾ ਸਿਦਕ ਹੱਠ ਜਿਹੜਾ ਸੀਗਾ, ਉਹ ਗੁਰੂ ਸਾਹਿਬ ਜੀ ਨੇ ਨਹੀਂ ਦਿੱਤਾ। ਹਜ਼ੂਰ ਜੀ ਨੇ ਆਪਣਾ ਧਰਮ ਕਰਮ ਰੱਖ ਲਿਆ, ਕਰਾਮਾਤ ਵੀ ਨਹੀਂ ਵਿਖਾਈ। ਮੁਸਲਮਾਨ ਧਰਮ ਜਿਹੜਾ ਉਹ ਵੀ ਗੁਰੂ ਸਾਹਿਬ ਨੇ ਕਬੂਲ ਨਹੀਂ ਕੀਤਾ। ਹਾਂ, ਆਪਣਾ ਬਚਨ ਜ਼ਰੂਰ ਪਗਾਇਆ। ਬੜੀ ਵੱਡੀ ਖੇਡ ਸੀ। ਸਾਰਾ ਹਿੰਦੁਸਤਾਨ ਗੁਰੂ ਤੇਗ ਬਹਾਦਰ ਸਾਹਿਬ ਦੇ ਬਲੀਦਾਨ ਵੱਲ ਵੇਖਦਾ ਸੀਗਾ। ਉਹਨਾਂ ਦੇ ਮਨ ਦੇ ਵਿੱਚ ਹੋ ਸਕਦਾ ਕਿਤੇ ਸ਼ੰਕਾ ਹੋਵੇ, ਕਿਤੇ ਮੁਸਲਮਾਨ ਨਾ ਬਣ ਜਾਣੇ। ਜੇ ਇਹ ਮੁਸਲਮਾਨ ਬਣ ਗਏ, ਇਕਰਾਰਨਾਮਾ ਲਿਖਿਆ ਗਿਆ ਉਹ ਪੂਰਾ ਕਰਨਾ ਪੈਣਾ। ਸਾਰਾ ਹਿੰਦੁਸਤਾਨ ਉਹਨਾਂ ਨੂੰ ਮੁਸਲਮਾਨ ਬਣਨਾ ਪੈਣਾ। ਬੜੀ ਵੱਡੀ ਖੇਡ ਸੀ। ਸਾਰੇ ਹਿੰਦੁਸਤਾਨ ਦੀਆਂ ਨਿਗਾਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਉੱਪਰ ਸਨ, ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹੱਠ ਨਹੀਂ ਛੱਡਿਆ ਆਪਣਾ। ਉਹਨਾਂ ਨੇ ਸਭ ਵੱਲ ਵੇਖਦੇ ਸਨ ਕਿ ਇਹਨਾਂ ਦਾ ਧਰਮ ਖਤਰੇ 'ਚ ਹੈ, ਅਸੀਂ ਆਪਣਾ ਬਲੀਦਾਨ ਦਿਆਂਗੇ, ਤੁਰਕਾਂ ਦੀ ਜੜ ਪੱਟਾਂਗੇ, ਪਰ ਕਿਸੇ ਦਾ ਧਰਮ ਜਿਹੜਾ ਹੈ ਉਹਨੂੰ ਨਾਸ਼ ਨਹੀਂ ਹੋਣ ਦਿਆਂਗੇ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣਾ ਸਿਰੜ ਨਹੀਂ ਛੱਡਿਆ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਜਿਹੜਾ ਸਰੀਰ ਸੀ ਉਹ ਕੱਚੇ ਚੰਮ ਦੇ ਵਿੱਚ ਮੜਦਾ ਸੀ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੌਤਕ ਵਰਤਾ ਦਿੱਤਾ। ਆਪਣਾ ਸੀਸ ਜਿਹੜਾ ਹੈ ਉਹ ਤੁਰਕਾਂ ਦੇ ਸਿਰ ਲਾ ਦਿੱਤਾ। ਇਸ ਤਰ੍ਹਾਂ ਮਹਾਰਾਜ ਦਾ ਸੀਸ ਧੜ ਦੇ ਨਾਲੋਂ ਜੁਦਾ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ।
ਪਰ ਉਹਨਾਂ ਮੂਰਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਕਲਾ ਨੂੰ ਨਹੀਂ ਜਾਣਿਆ। ਆਪ ਸਿਰ ਸਿਰ ਲਾਵਨ ਕਲਟਾਨੀ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗੱਲ ਠਾਣੀ ਹੋਈ ਹੈ ਕਿ ਉਹ ਆਪਣੀ ਸ਼ਹਾਦਤ, ਆਪਣਾ ਸੀਸ ਸਾਡੇ ਸਿਰ ਤੇ ਲਾ ਕੇ ਜਾਵਣਗੇ। ਜੋ ਸਤਿਗੁਰ ਬੜ ਸਾਕਾ ਕੀਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਲਯੁਗ ਦੇ ਸਮੇਂ ਦੇ ਵਿੱਚ ਇਹ ਬੜਾ ਵੱਡਾ ਸਾਕਾ ਕਰ ਵਿਖਾਇਆ ਹੈ। ਪਰ ਸਵਾਰਥ ਹਿਤ ਨਿਜ ਸਿਰ ਦਿਓ। ਪਰਾਏ ਸਵਾਰਥ ਵਾਸਤੇ ਆਪਣਾ ਸੀਸ ਦਿੱਤਾ, ਆਪਣਾ ਬਲੀਦਾਨ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਨ ਕਰਦੇ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਧੂਆਂ ਵਾਸਤੇ, ਭਗਤਾਂ ਵਾਸਤੇ ਕਹਿੰਦੇ ਅੱਤ ਕਰਾ ਦਿੱਤੀ। ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਉਹ ਅੱਜ ਤੱਕ ਨਾ ਕੋਈ ਕਰ ਸਕਿਆ, ਨਾ ਕੋਈ ਕਰ ਸਕੇਗਾ। ਸੀਸ ਦਿਆ ਪਰ ਸੀ ਨਾ ਉਚਰੀ। ਉਹਨਾਂ ਸੀਸ ਦੇ ਦਿੱਤਾ ਪਰ ਸੀ ਨਹੀਂ ਉਚਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਲਯੁਗ ਦੇ ਸਮੇਂ ਵਿੱਚ ਬਹੁਤ ਵੱਡਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰ ਵਿਖਾਇਆ ਹੈ। ਠੀਕਰ ਪੁਰ ਦਲੇਸ ਸਿਰ, ਪ੍ਰਭੁਪੁਰ ਕੀਆ ਪਿਆਨ। ਭਾਈ ਰਤਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਸ੍ਰੀ ਬਚਿੱਤਰ ਨਾਟਕ ਵਿੱਚੋਂ ਕੁਝ ਬਚਨ ਇੱਥੇ ਸੁਸ਼ੋਭਿਤ ਕੀਤੇ ਨੇ। ਠੀਕਰ ਫੋਰ ਦਲੀਸ ਸਿਰ। ਦਲੀਸ ਦਾ ਆਖਰੀ ਅਰਥ ਹੈ ਜਿਹੜਾ ਦਿੱਲੀ ਦਾ ਈਸ਼ਰ ਭਾਵ ਮਾਲਕ ਔਰੰਗਜ਼ੇਬ ਬਾਦਸ਼ਾਹ ਸੀ, ਉਹਦੇ ਸਿਰ ਦੇ ਉੱਪਰ ਮਹਾਰਾਜ ਨੇ ਠੀਕਰਾ ਫੋੜ ਦਿੱਤਾ। ਕਾਹਦਾ? ਆਪਣੇ ਸਰੀਰ ਦਾ। ਜਿਹੜਾ ਸਰੀਰ ਰੂਪੀ ਠੀਕਰਾ ਸੀ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਬਾਦਸ਼ਾਹ ਦੇ ਸਿਰ ਦੇ ਉੱਤੇ ਫੋੜ ਦਿੱਤਾ। ਪ੍ਰਭੁਪੁਰ ਕੀਆ ਪਿਆਨ ਜਾਣਾ ਸੀ, ਪਰ ਉਹਨਾਂ ਨੇ ਇਹ ਕੌਤਕ ਕਰ ਵਿਖਾਇਆ, ਬਲੀਦਾਨ ਦੇ ਕੇ ਸੱਚਖੰਡ ਪਿਆਨਾ ਕੀਤੇ ਨੇ। ਤੇ ਔਰੰਗਜ਼ੇਬ ਬਾਦਸ਼ਾਹ ਦਾ ਜਿਹੜਾ ਰਾਜ ਭਾਗ ਸੀਗਾ ਉਹ ਗਾਲ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਤੇ ਆਪ ਸੱਚਖੰਡ ਨੂੰ ਪਿਆਨਾ ਕਰ ਗਏ ਹਨ। ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਵਰਗੀ ਕਿਰਿਆ ਅੱਜ ਤੱਕ ਸੰਸਾਰ ਵਿੱਚ ਕਿਸੇ ਨੇ ਕੀਤੀ ਨਹੀਂ ਤੇ ਨਾ ਹੀ ਕੋਈ ਕਰ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ। ਉਹਨਾਂ ਨੇ ਤਿਲਕ ਤੇ ਜੰਜੂ ਦੀ ਰੱਖਿਆ ਕੀਤੀ। ਕਲਯੁਗ ਦੇ ਵਿੱਚ ਬੜਾ ਵੱਡਾ ਸਾਕਾ ਕਰ ਵਿਖਾਇਆ ਹੈ। ਤੇਗ ਬਹਾਦਰ ਕੇ ਚਲਤ, ਪਇਓ ਜਗਤ ਕੋ ਸੋਕ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਕੌਤਕ ਕੀਤਾ, ਤੇਗ ਬਹਾਦਰ ਕੇ ਚਲਤ, ਇੱਥੇ ਚਲਤ ਦਾ ਆਖਰੀ ਅਰਥ ਹੈ ਕੌਤਕ। ਜਿਹੜਾ ਕੌਤਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ, ਭਾਇਓ ਜਗਤ ਕੋ ਸੋਕ, ਸਾਰੇ ਸੰਸਾਰ ਵਿੱਚ ਸੋਕ ਪੈਦਾ ਹੋ ਗਿਆ। ਜਦੋਂ ਲੋਕਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਵੇਖੀ ਤੇ ਮਨ ਵਿੱਚ ਬੜਾ ਦੁੱਖ ਪੈਦਾ ਹੋਇਆ ਉਹਨਾਂ ਦੇ ਕਿ ਔਰੰਗਜ਼ੇਬ ਨੇ ਏਡਾ ਵੱਡਾ ਪਾਪ ਕਰ ਦਿੱਤਾ ਹੈ। ਸਭ ਜਗ ਪਇਓ, ਜੈ 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 ਸੁਰਲੋਕ। ਸਾਰੇ ਸੰਸਾਰ ਵਿੱਚ ਜੱਗ ਵਿੱਚ ਹਾਹਾਕਾਰ ਮਚ ਗਈ ਤੇ ਜੈ 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 ਸੁਰਲੋਕ, ਦੇਵਲੋਕ ਦੇ ਵਿੱਚ ਜੈ ਜੈਕਾਰਾਂ ਹੋਣ ਲੱਗ ਪਈਆਂ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਤੁਹਾਡੇ ਤੋਂ ਬਿਨਾਂ ਇਹ ਕੌਤਕ ਕੋਈ ਨਹੀਂ ਕਰ ਸਕਦਾ ਤੇ ਤੁਸੀਂ ਐਡਾ ਮਹਾਨ ਬਲੀਦਾਨ ਦੇ ਕੇ, ਲਾਸਾਨੀ ਸ਼ਹਾਦਤ ਦੇ ਕੇ ਸਾਰੇ ਹਿੰਦੁਸਤਾਨ ਦੀ ਲਾਜ ਭਗਤ ਰੱਖ ਲਈ ਹੈ। ਐਸ ਚਰਿਤ ਸਤਿਗੁਰ ਕੀਓ, ਤੋ ਭਇਓ ਤੁਰਕ ਪਛੇਮਾਨ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ ਤੇ ਪਿੱਛੇ ਜਿਹੜੇ ਤੁਰਕ ਸਨ ਕਹਿੰਦੇ ਬੜੇ ਸ਼ਰਮਿੰਦੇ ਹੋ ਗਏ, ਪਛਤਾਣ ਲੱਗ ਪਏ, ਕਿਉਂਕਿ ਜਿਹੜਾ ਉਹਨਾਂ ਨੇ ਪਾਪ ਕਰ ਦਿੱਤਾ ਸੀ ਨਾ, ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਸ ਪਾਪ ਦਾ ਕੱਲ ਨੂੰ ਫਲ ਕੀ ਮਿਲਣਾ ਹੈ। ਰੰਗੋ ਤਬ ਝੂਰਿਓ, ਹਮ ਸਕੇ ਨਾ ਚਰਿਤ ਪਛਾਨ। ਔਰੰਗਜ਼ੇਬ ਬਾਦਸ਼ਾਹ ਬੜਾ ਝੂਰਨ ਲੱਗ ਪਿਆ। ਉਹ ਕਹਿੰਦਾ ਸੀ ਇਹਨਾਂ ਦੇ ਚਰਿੱਤਰ ਨੂੰ, ਕੌਤਕ ਨੂੰ ਪਛਾਣ ਨਹੀਂ ਸਕੇ। ਭਾਈ ਜੈਤਾ ਜੀ ਪਹਿਲਾ ਕੌਤਕ ਵਰਤਿਆ ਉੱਥੇ। ਉਹਨਾਂ ਨੇ ਬਚਨ ਕੀਤਾ ਸੀ ਨਾ, ਸਾਡਾ ਸੀਸ ਨਹੀਂ ਤੁਹਾਨੂੰ ਮਿਲਣਾ। ਤੇ ਗੁਰਮੁਖੋ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਤੋਂ ਪਹੁੰਚੇ ਸਨ ਇੱਥੇ। ਜਦੋਂ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਤੇ 9ਵੇਂ ਪਾਤਸ਼ਾਹ ਜੀ ਦਾ ਜਿਹੜਾ ਸੀਸ ਸੀ ਭਾਈ ਜੈਤਾ ਜੀ ਨੇ ਚੁੱਕਿਆ, ਬਸਤਰਾਂ 'ਚ ਲਪੇਟਿਆ ਤੇ ਆਨੰਦਪੁਰ ਸਾਹਿਬ ਨੂੰ ਕੂਚ ਕਰ ਗਏ। ਜਦੋਂ ਆਨੰਦਪੁਰ ਸਾਹਿਬ ਨੂੰ ਕੂਚ ਕਰ ਗਏ
ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੱਭਣ ਤੇ ਵੀ ਤੁਰਕਾਂ ਨੂੰ ਲੱਭਿਆ ਨਹੀਂ। ਬੜੇ ਯਤਨ ਕੀਤੇ ਉਹਨਾਂ ਨੇ। ਫਿਰ ਮਹਾਰਾਜ ਦਾ ਧੜ ਇਕੱਲਾ ਜਿਹੜਾ ਸੀ ਉਹ ਚਾਂਦਨੀ ਚੌਂਕ ਵਿੱਚ ਪਿਆ ਸੀ। ਔਰੰਗਜ਼ੇਬ ਸੋਚਣ ਲੱਗਾ ਵੀ ਇਹ ਕੀ ਖੇਡ ਵਰਤ ਗਈ। ਉਹਨਾਂ ਦਾ ਸੀਸ ਆਕਾਸ਼ ਨੂੰ ਚਲਾ ਗਿਆ ਕਿ ਧਰਤੀ ਖਾ ਗਈ। ਉਹਨੇ ਫਿਰ ਜਾਣ ਕੇ ਹੁਕਮ ਕੀਤਾ ਲੋਕਾਂ ਦੀ ਹਮਦਰਦੀ ਲੈਣ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਇੱਥੇ ਪਿਆ ਹੋਇਆ ਤੇ ਕੋਈ ਸਿੱਖ ਕੋਈ ਹੋਵੇ ਆ ਕੇ ਉਹਦਾ ਸੰਸਕਾਰ ਕਰ ਲਏ। ਪਰ ਡਰਦਾ ਮਾਰਾ ਗੁਰਮੁਖੋ ਘਰ ਚੋਂ ਕੋਈ ਬਾਹਰ ਨਹੀਂ ਨਿਕਲਿਆ। ਸਭ ਡਰਦੇ ਸਨ ਕਿ ਕਿਤੇ ਇਹ ਨਾ ਹੋਵੇ ਕਿ ਸਾਨੂੰ ਵੀ ਮਨਾਲ ਹੀ ਮਾਰ ਦਏ। ਭਾਵੇਂ ਦੁੱਖ ਸਾਰਿਆਂ ਨੂੰ ਸੀ ਪਰ ਆਪਣੀ ਜਾਨ ਸਭ ਨੂੰ ਪਿਆਰੀ ਹੁੰਦੀ ਹੈ। ਇੱਧਰ ਭਾਈ ਲੱਖੀ ਸ਼ਾਹ ਵਣਜਾਰਾ ਗੁਰਮੁਖੋ ਵਪਾਰੀ ਸਿੱਖ, ਉਹਨੂੰ ਜਦੋਂ ਪਤਾ ਲੱਗਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ, ਉਹਦੇ ਪਾਸ ਗੱਡੇ ਸਨ, ਮਾਲ ਢੋਂਦਾ ਹੁੰਦਾ ਸੀ, ਸਮਾਨ ਢੋਂਦਾ ਸੀ। ਕਹਿੰਦੇ ਸਾਰੇ ਗੱਡੇ ਲੈ ਕੇ ਉਹਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚੋਂ ਕੱਢੇ। ਫੌਜਾਂ ਬੜੀਆਂ ਲੱਗੀਆਂ ਸਨ ਪਰ ਗੱਡਿਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ, ਧੂੜ ਮਿੱਟੀ ਉੱਠੀ ਤੇ ਕਿਸੇ ਨੂੰ ਕੁਝ ਦਿਸਿਆ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਧੜ ਸੀ ਉਥੋਂ ਚੁੱਕ ਕੇ ਤੇ ਗੱਡੇ ਵਿੱਚ ਰੱਖ ਕੇ ਉੱਤੇ ਰੂਈ ਪਾ ਕੇ ਇੱਥੋਂ ਕੱਢ ਕੇ ਲੈ ਗਿਆ। ਤੇ ਉਹਨੇ ਆਪਣੇ ਘਰ ਦੇ ਵਿੱਚ ਜਾ ਕੇ ਆਪਣੇ ਘਰ ਦੀਆਂ ਸਾਰੀਆਂ ਵਸਤੂਆਂ ਘਰੋਂ ਬਾਹਰ ਕੱਢੀਆਂ ਤੇ ਘਰੋਂ ਬਾਹਰ ਕੱਢ ਕੇ ਤੇ ਘਰ ਦੇ ਵਿੱਚ ਮਹਾਰਾਜ ਦਾ ਜਿਹੜਾ ਧੜ ਸੀ ਉਹ ਰੱਖ ਕੇ ਤੇ ਉਹਦਾ ਸੰਸਕਾਰ ਕੀਤਾ ਘਰ ਦੇ ਵਿੱਚ। ਘਰ ਨੂੰ ਹੀ ਅੱਗ ਲਾ ਦਿੱਤੀ ਉਹਨੇ। ਇਸ ਤਰ੍ਹਾਂ ਭਾਈ ਲੱਖੀ ਸ਼ਾਹ ਵਣਜਾਰਾ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਸਕਾਰ ਕੀਤਾ। ਉਹ ਅਸਥਾਨ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ। ਇਸ ਅਸਥਾਨ ਨੂੰ ਪ੍ਰਗਟ ਕੀਤਾ ਸੀ ਬਾਬਾ ਬਘੇਲ ਸਿੰਘ ਨੇ ਜਦੋਂ ਦਿੱਲੀ ਗਏ, ਕਿਉਂਕਿ ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਜਿਹੜੇ ਪੁਸ਼ਪ ਸਨ, ਜਿਹਨੂੰ ਫੁੱਲ ਕਹਿੰਦੇ ਆਪਾਂ, ਉਹ ਫੁੱਲ ਜਿਹੜੇ ਚੁਗ ਕੇ ਗਾਗਰ ਵਿੱਚ ਪਾ ਕੇ ਉੱਥੇ ਹੀ ਟੋਆ ਪੱਟ ਕੇ ਜ਼ਮੀਨ 'ਚ ਦੱਬ ਦਿੱਤੇ ਸਨ। ਤੇ ਉਹ ਜਗ੍ਹਾ ਬਾਬਾ ਬਘੇਲ ਸਿੰਘ ਨੇ ਜਾ ਕੇ ਬਾਅਦ ਵਿੱਚ ਲੱਭੀ, ਜਗ੍ਹਾ ਪੁੱਟੀ, ਗੁਰੂ ਸਾਹਿਬ ਦੇ ਜਿਹੜੇ ਪੁਸ਼ਪ ਫੁੱਲ ਪ੍ਰਗਟ ਕੀਤੇ ਤੇ ਉਥੇ ਗੁਰੂ ਸਾਹਿਬ ਜੀ ਦੀ ਯਾਦਗਾਰ ਬਣਾਈ ਗਈ। ਸੀਸਗੰਜ ਸਾਹਿਬ ਜਿੱਥੇ ਮਹਾਰਾਜ ਦਾ ਸੰਸਕਾਰ ਹੋਇਆ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਸੀ, ਉਹ ਸਥਾਨ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ। ਇੱਕ ਖੇਡ ਹੋਰ ਵਰਤੀ। ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ। ਔਰੰਗਜ਼ੇਬ ਨੇ ਫੌਜਾਂ ਲਾ ਦਿੱਤੀਆਂ। ਵੇਖੋ ਕੌਣ ਲੈ ਕੇ ਗਿਆ। ਭਾਈ ਜੈਤਾ ਜੀ ਕਾਫੀ ਦੂਰ ਨਿਕਲ ਗਏ ਸਨ ਤੇ ਪਿੱਛੋਂ ਫੌਜਾਂ ਉਹਨਾਂ ਨੂੰ ਨਜ਼ਰ ਆਈਆਂ। ਮਨ ਵਿੱਚ ਸੋਚਣ ਲੱਗੇ, ਮਨਾ ਇਹ ਕੀ ਕੌਤਕ ਵਰਤ ਗਿਆ, ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਮਹਾਰਾਜ ਦਾ ਸੀਸ ਲੈ ਕੇ ਜਾ ਰਿਹਾ। ਕਹਿੰਦੇ ਕੁਝ ਗੱਡੇ ਲੰਘਦੇ ਸਨ, ਉਹਨਾਂ ਮਹਾਰਾਜ ਦਾ ਸੀਸ ਗੱਡੇ 'ਚ ਰੱਖ ਦਿੱਤਾ। ਮਹਾਰਾਜ ਹੁਣ ਤੁਹਾਡੀ ਕਲਾ ਵਰਤੇ, ਮੇਰੀ ਲਾਜ ਪੱਥ ਰੱਖ ਲਿਓ। ਇਤਿਹਾਸਕਾਰ ਆਖਦੇ ਨੇ ਕਿ ਉੱਥੇ ਉਹ ਐਦੀਏ ਫੌਜਾਂ ਪਹੁੰਚੀਆਂ, ਉਹਨਾਂ ਗੱਡਿਆਂ ਨੂੰ ਫੋਲਣਾ ਸ਼ੁਰੂ ਕਰ ਦਿੱਤਾ। ਜਿਸ ਗੱਡੇ ਵਿੱਚ ਸੀਸ ਪਿਆ ਸੀ ਮਹਾਰਾਜ ਦਾ, ਜਦੋਂ ਉਸ ਗੱਡੇ ਨੂੰ ਫੋਲਿਆ ਤੇ ਸੀਸ ਅੱਗੇ ਚਲਾ ਗਿਆ। ਕਹਿੰਦੇ ਫਿਰ ਜਾ ਕੇ ਅਗਲੇ ਗੱਡੇ ਨੂੰ ਫੋਲਦੇ ਨੇ, ਸੀਸ ਪਿੱਛੇ ਚਲਾ ਜਾਂਦਾ। ਭਾਵ ਕਿ ਉਹ ਜਿਹੜੇ ਗੱਡੇ ਨੂੰ ਫੋਲਦੇ ਨੇ ਉਹਦੇ ਵਿੱਚੋਂ ਸੀਸ ਹੋਰ ਪਾਸੇ ਚਲਾ ਜਾਂਦਾ, ਉਹਨਾਂ ਨੂੰ ਲੱਭਿਆ ਨਹੀਂ। ਭਾਈ ਜੈਤਾ ਜੀ ਇੱਥੋਂ ਸੀਸ ਲੈ ਕੇ ਇੱਕ ਸਿੱਖ ਦੇ ਘਰ ਵਿੱਚ ਪਹੁੰਚੇ ਜਿਹਦਾ ਨਾਮ ਸੀ ਦੇਵਾ ਰਾਮ। ਧੋਬੀ ਸੀ। ਆਨੰਦਪੁਰ ਸਾਹਿਬ ਗਿਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ। ਗਰੀਬ ਸਿੱਖ ਸੀਗਾ। ਅਰਦਾਸ ਕਰਦਾ, ਮਹਾਰਾਜ ਮੇਰੇ ਘਰ ਵਿੱਚ ਚਰਨ ਪਾਓ। ਮਨ ਕਰਦਾ ਸੀ ਵੀ ਉੱਠ ਕੇ ਅਰਦਾਸ ਕਰਾਂ ਮਹਾਰਾਜ ਕੋਲ ਵੀ ਤੁਸੀਂ ਚਰਨ ਪਾਓ। ਫਿਰ ਸੋਚਦਾ ਮੈਂ ਗਰੀਬੜਾ ਜਿਹਾ ਸਿੱਖ, ਚੰਗਾ ਥੋੜ੍ਹਾ ਲੱਗਦਾ ਤੇ ਪਤਾ ਨਹੀਂ ਗੁਰੂ ਸਾਹਿਬ ਮੇਰੇ ਘਰ ਵਿੱਚ ਆਉਣਗੇ ਕਿ ਨਹੀਂ ਆਉਣਗੇ। ਭਾਵਨਾ ਬੜੀ ਸੀ ਨਾ। ਫਿਰ ਦੂਜੀ ਵਾਰੀ ਉੱਠ ਕੇ ਮਨ ਕੀਤਾ, ਫਿਰ ਬਹਿ ਗਿਆ। ਫਿਰ ਤੀਜੀ ਵਾਰੀ ਉੱਠ ਕੇ ਮਨ ਕੀਤਾ ਕਹਿ ਦਿਆਂ। ਗੁਰੂ ਸਾਹਿਬ ਜਾਣੀ ਜਾਣ ਨੇ, ਭਾਵਨਾ ਵੇਖਦੇ ਨੇ, ਕਿਸੇ ਦਾ ਘਰ-ਬਾਰ ਨਹੀਂ ਵੇਖਦੇ। ਫਿਰ ਸੋਚਦਾ ਮਨਾ ਮੇਰਾ ਗਰੀਬੜੇ ਸਿੱਖ ਦਾ ਘਰ ਕਿੱਥੇ, ਮਹਾਰਾਜ ਉੱਥੇ ਆਉਣਗੇ। ਫਿਰ ਬਹਿ ਗਿਆ। ਨੌਵੇਂ ਪਾਤਸ਼ਾਹ ਜੀ ਦਰਬਾਰ ਵਿੱਚ ਉੱਠਣ ਲੱਗੇ ਤੇ ਆਪ ਕਹਿਣ ਲੱਗੇ, ਦੇਵਾ ਰਾਮ ਕੁਝ ਕਹਿਣ ਲਈ ਉੱਠਿਆ ਸੀ 3 ਵਾਰੀ ਪਰ ਕਿਹਾ ਨਹੀਂ, ਦੱਸ ਕੀ ਚਾਹੁੰਦਾ ਹੈ। ਆਖਦਾ ਸਤਿਗੁਰੂ ਗਰੀਬ ਸਿੱਖਾਂ, ਮੇਰੇ ਵਿੱਚ ਸਮਰੱਥਾ ਨਹੀਂ ਕਿ ਐਡੀ ਵੱਡੀ ਗੱਲ ਕਹਿ ਦਿਆਂ ਕਿ ਮੇਰੇ ਘਰ ਵਿੱਚ ਚਰਨ ਪਾਓ। ਮਹਾਰਾਜ ਮੇਰੇ ਪਾਸ ਹੈ ਕੀ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਆਵਾਂਗੇ ਜ਼ਰੂਰ, ਵਿਹਲੇ ਹੋ ਕੇ ਆਵਾਂਗੇ ਜ਼ਰੂਰ ਤੇਰੇ ਘਰ ਵਿੱਚ, ਪਰ ਵਿਹਲੇ ਹੋ ਕੇ ਆਵਾਂਗੇ। ਭਾਈ ਦੇਵਾ ਰਾਮ ਘਰ ਵਿੱਚ ਗਿਆ। ਉਹਨੇ ਆਸਣ ਲਾਇਆ ਮਹਾਰਾਜ ਦਾ, ਰੋਜ਼ ਅਰਦਾਸਾਂ ਕਰਦਾ। ਉਹਦੀ ਕੰਨੀ ਵੀ ਖਬਰ ਪੈ ਗਈ ਵੀ 9ਵੇਂ ਪਾਤਸ਼ਾਹ ਸ਼ਹੀਦ ਹੋ ਗਏ।
ਨੇਤਰਾਂ ਵਿੱਚੋਂ ਜਲ ਵਹਿਣ ਲੱਗਾ। ਕਹਿੰਦੇ ਮਹਾਰਾਜ ਬਚਨ ਤਾਂ ਕੀਤਾ ਸੀ ਪਰ ਪੂਰਾ ਨਹੀਂ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਭਾਈ ਜੈਤਾ ਜੀ ਉਸੇ ਸਿੱਖ ਦੇ ਘਰ ਦੇ ਵਿੱਚ ਗਏ। ਸੀਸ ਰੱਖਿਆ ਸੀ, ਸੀਸ ਉੱਪਰ ਕਹਿੰਦੇ ਘਰ ਵਿੱਚ ਗਏ, ਜਿੱਥੇ ਮਹਾਰਾਜ ਦਾ ਆਸਣ ਲਾਇਆ ਸੀ ਉੱਥੇ ਸੀਸ ਰੱਖ ਦਿੱਤਾ। ਇਹ ਬਚਨ ਪੜਿਆ, ਉਹ ਕਹਿਣ ਲੱਗਾ ਕਿ ਭਲਿਆ ਸਿੱਖਾ ਆਹ ਕੀ ਕੀਤਾ ਹੈ? ਇਹ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਣ ਹੈ, ਜਿਸ ਆਸਣ ਤੇ ਤੂੰ ਆ ਕੁਝ ਰੱਖ ਦਿੱਤਾ ਹੈ। ਤੇ ਭਾਈ ਜੈਤਾ ਜੀ ਕਹਿੰਦੇ ਗੁਰਮੁਖਾ ਆਨੰਦਪੁਰ ਸਾਹਿਬ ਤੇਰੇ ਨਾਲ ਵਾਅਦਾ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ, ਤੇਰੇ ਘਰ ਦੇ ਵਿੱਚ ਚਰਨ ਪਾਵਾਂਗੇ। ਤੇ ਆ ਵੇਖ ਅੱਜ ਤੇਰੇ ਘਰ ਦੇ ਵਿੱਚ ਚਰਨ ਪਾਏ ਨੇ ਤੇ ਹੁਕਮ ਹੋਇਆ ਸੀ ਵਿਹਲੇ ਹੋ ਕੇ ਆਵਾਂਗੇ, ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਤੇਰੇ ਘਰ ਦੇ ਵਿੱਚ ਆਏ ਨੇ। ਕਹਿੰਦੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਸਤਰ ਖੋਲ ਕੇ ਨਾ ਸੀਸ ਵਾਲੇ ਤੇ ਦਰਸ਼ਨ ਕਰਾਏ। ਤੇ ਭਾਈ ਦੇਵਾ ਰਾਮ ਦੇ ਨੇਤਰਾਂ ਵਿੱਚੋਂ ਜਲ ਦੀਆਂ ਧਾਰਾਂ ਵਹਿਣ ਲੱਗੀਆਂ। ਮਹਾਰਾਜ ਧੰਨੋ ਤੁਸੀਂ ਆਏ ਹੋ, ਭਾਵੇਂ ਸ਼ਹਾਦਤ ਦੇਣ ਤੋਂ ਬਾਅਦ ਆਏ ਹੋ, ਪਰ ਸਿੱਖ ਦੇ ਘਰ ਦੇ ਵਿੱਚ ਆਏ ਜ਼ਰੂਰ ਹੋ, ਉਹਦੀ ਭਾਵਨਾ ਪੂਰਨ ਕਰਨ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੱਥੇ ਕੋਈ ਭਾਵਨਾ ਨਾਲ ਉਹਨਾਂ ਨੂੰ ਯਾਦ ਕਰਦਾ ਨਾ, ਉੱਥੇ ਪਹੁੰਚ ਜਾਂਦੇ ਨੇ। ਤੇਗ ਬਹਾਦਰ ਸਿਮਰਿਆ ਘਰ ਨਾਉਨ ਦੇ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਜਿੱਥੇ ਵੀ ਸਿੱਖ ਯਾਦ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਹਰ ਜਗ੍ਹਾ ਤੇ ਪਹੁੰਚ ਕੇ ਸਿੱਖ ਦੀ ਸਹਾਇਤਾ ਕਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਵੱਡੀ ਕਮਾਈ, ਵੱਡੀ ਸ਼ਹਾਦਤ, ਵੱਡੀ ਮਹਿਮਾ, ਜਿਹਨੂੰ ਜ਼ਬਾਨ ਦੇ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਤੇ ਸਾਧ ਸੰਗਤ ਇੱਥੇ ਭਾਈ ਸਾਹਿਬ ਨੇ ਪਹਿਲਾ ਪੜਾਅ ਕੀਤਾ ਸੀਗਾ। ਅੰਬਾਲੇ ਆਪਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਕਰਦੇ ਹਾਂ। ਭਾਈ ਜੈਤਾ ਜੀ ਨੇ ਇੱਥੇ ਵੀ ਪੜਾਅ ਕੀਤਾ ਸੀ ਗੁਰੂ ਸਾਹਿਬ ਜੀ ਦਾ ਸੀਸ ਰੱਖ ਕੇ। ਇਸ ਤਰ੍ਹਾਂ ਚਲਦਿਆਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਉਥੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਜੀ ਦਾ ਸੀਸ ਜਿਹੜਾ ਸੀ ਉਹਨੂੰ ਲੈਣ ਵਾਸਤੇ ਕੀਰਤਪੁਰ ਸਾਹਿਬ ਆਏ ਆਨੰਦਪੁਰ ਸਾਹਿਬ ਤੋਂ। ਭਾਈ ਜੈਤਾ ਜੀ ਨੂੰ ਘੁੱਟ ਕੇ ਗਲਵੱਕੜੀ ਵਿੱਚ ਲਿਆ। ਰੰਗਰੇਟਾ ਗੁਰੂ ਕਾ ਬੇਟਾ ਇਹ ਬਚਨ ਕਹਿ ਕੇ ਮਾਣ ਦਿੱਤਾ। ਤੇ 9ਵੇਂ ਪਾਤਸ਼ਾਹ ਜੀ ਦਾ ਜਾ ਕੇ ਆਨੰਦਪੁਰ ਸਾਹਿਬ ਸੀਸ ਦਾ ਉਹਨਾਂ ਸੰਸਕਾਰ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੜੀ ਵੱਡੀ ਸ਼ਹਾਦਤ, ਬੜੀ ਵੱਡੀ ਕੁਰਬਾਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਸਾਧ ਸੰਗਤ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਕੌਤਕ ਕੀਤਾ। ਅੱਜ ਤੁਰਕਾਂ ਨੂੰ ਬੜਾ ਪਛਤਾਵਾ ਹੋਣ ਲੱਗਾ ਕਿ ਸ਼ਾਇਦ ਪਾਪ ਕਰ ਦਿੱਤਾ ਹੈ। ਪਹਿਲਾਂ ਕਰ ਬੈਠੇ, ਪਰ ਜਦੋਂ ਸਾਰਾ ਤਪ ਤੇਜ ਤੁਰਕਾਂ ਦਾ ਖਤਮ ਹੋ ਗਿਆ 9ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਕੇਵਲ ਮਨ ਵਿੱਚ ਪਛਤਾਵਾ ਰਹਿ ਗਿਆ। ਨੁਰੰਗਾ ਤਬ ਝੂਰਿਓ ਹਮ ਸਕੈ ਨਾ ਚਰਿਤ ਪਛਾਣ। ਨੁਰੰਗਾ ਕਹਿੰਦਾ ਮੈਂ ਉਹਨਾਂ ਦਾ ਚਰਿੱਤਰ, ਉਹਨਾਂ ਦਾ ਕੌਤਕ ਪਛਾਣ ਨਹੀਂ ਸਕਿਆ ਕਿ ਉਹ ਇਹ ਚਾਹੁੰਦੇ ਸਨ। ਉਹਨਾਂ ਨੇ ਆਪਣਾ ਸੀਸ, ਆਪਣੀ ਸ਼ਹਾਦਤ, ਆਪਣਾ ਸਰੀਰ ਦਾ ਠੀਕਰਾ ਮੇਰੇ ਸਿਰ ਤੇ ਫੋੜਨਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦਾ ਤਪ ਤੇਜ ਖਤਮ ਕਰ ਦਿੱਤਾ ਹੈ। ਔਰੰਗਜ਼ੇਬ ਬਾਦਸ਼ਾਹ ਦੇ ਦਿਲ ਵਿੱਚ ਬੜਾ ਭੈ ਪੈਦਾ ਹੋ ਗਿਆ, ਬੜਾ ਖੌਫ ਪੈਦਾ ਹੋ ਗਿਆ ਹੈ। ਸਾਧ ਸੰਗਤ ਜੀ ਉਹਨਾਂ ਨੇ ਉਸ ਤੋਂ ਬਾਅਦ ਹਿੰਦੂਆਂ ਤੇ ਜ਼ੁਲਮ ਕਰਨਾ ਬੰਦ ਕਰ ਦਿੱਤਾ ਹੈ। ਹੌਲੀ ਹੌਲੀ ਉਹਨਾਂ ਦਾ ਰਾਜ ਭਾਗ ਜਿਹੜਾ ਸੀ ਮੱਧਮ ਪੈਣਾ ਸ਼ੁਰੂ ਹੋ ਗਿਆ ਹੈ। ਸਾਧ ਸੰਗਤ ਜੀ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ, ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਜਾ ਕੇ ਸਭ ਨੇ ਪੁਕਾਰਾਂ ਕੀਤੀਆਂ। ਧਰਤੀ ਰੋਈ, ਆਸਮਾਨ ਜਾ ਕੇ ਰੋਇਆ, ਪਵਨ ਰੋਈ ਕਿ ਔਰੰਗਜ਼ੇਬ ਬਾਦਸ਼ਾਹ ਨੇ ਏਡਾ ਵੱਡਾ ਕਹਿਰ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਹੜੇ ਨਿਰਭਉ ਨਿਰਵੈਰ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਿਹਾ ਸੀ, ਔਰੰਗਿਆ ਜੇ ਸਾਡੇ ਤੇ ਕਹਿਰ ਕਰੇਗਾ ਨਾ ਤੇ ਖੁਦਾ ਦੇ ਦਰਬਾਰ ਵਿੱਚ ਤੇਰੇ ਕਹਿਰ ਬਾਰੇ ਪੁੱਛਿਆ ਜਾਏਗਾ। ਅੱਜ ਉਸ ਮਾਲਕ ਦੇ ਦਰਬਾਰ ਦੇ ਵਿੱਚ ਪੁਕਾਰ ਕੀਤੀ ਗਈ ਤੇ ਕਹਿੰਦੇ ਮਾਲਕ ਨੇ, ਅਕਾਲ ਪੁਰਖ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਹੈ। ਤੁਰਕਾਂ ਦੇ ਜਿੰਨੇ ਪੀਰ ਪੈਗੰਬਰ ਸਨ ਅਕਾਲ ਪੁਰਖ ਨੇ ਦਰਬਾਰ ਵਿੱਚੋਂ ਬਾਹਰ ਕੱਢ ਦਿੱਤੇ, ਸੱਚਖੰਡ ਦੇ ਵਿੱਚੋਂ ਬਾਹਰ ਕੱਢ ਦਿੱਤੇ ਨੇ। ਆਖਿਆ ਕਿ ਤੁਹਾਡੇ ਪੁਰਸ਼ਾਂ ਨੇ ਇਹੋ ਜਿਹਾ ਕਤਲੇਆਮ ਕੀਤਾ, ਪਾਪ ਕੀਤਾ ਤੇ ਉਹਦਾ ਪਾਪ ਤੁਹਾਨੂੰ ਵੀ ਲੱਗੇਗਾ।
ਸੱਚਖੰਡ ਤੇ ਤਬੇ ਨਿਕਾਰੀ। ਇਸ ਤਰ੍ਹਾਂ ਉਹਨਾਂ ਨੂੰ ਸੱਚਖੰਡ ਦੇ ਵਿੱਚੋਂ ਮੁੱਖ ਦਰਬਾਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਤੇਰਾ ਦੀਨੋ ਪਿਛੇ ਦਰਬਾਰੀ। ਉਹਨਾਂ ਤੁਰਕਾਂ ਨੂੰ, ਪੀਰ ਪੈਗੰਬਰਾਂ ਨੂੰ ਅਕਾਲ ਪੁਰਖ ਨੇ ਸੱਚਖੰਡ ਦੇ ਪਿਛਲੇ ਪਾਸੇ ਡੇਰਾ ਦਿੱਤਾ ਹੈ। ਉਹ ਵੀ ਬੰਦਗੀ ਵਾਲੇ ਸਨ, ਆਖਿਆ ਵੀ ਇੱਥੇ ਨਹੀਂ ਤੁਸੀਂ ਰਹਿ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਹੋਈ ਹੈ, ਉਹਨਾਂ ਨੂੰ ਡੇਰਾ ਸੱਚਖੰਡ ਤੋਂ ਪਿਛਲੇ ਪਾਸੇ ਦਿੱਤਾ ਗਿਆ ਹੈ। ਇਸ ਪ੍ਰਕਾਰ ਕਹਿੰਦੇ ਦਿੱਲੀ ਦਾ ਪਾਤਸ਼ਾਹ ਔਰੰਗਜ਼ੇਬ, ਉਹਦੀ ਪਾਤਸ਼ਾਹੀ ਦਿਨੋਂ ਦਿਨ ਘਟ ਗਈ ਹੈ। ਉਸ ਦਿਨ ਤੋਂ ਬਾਅਦ ਤੁਰਕਾਂ ਦੀ ਜਿਹੜੀ ਕਲਾ ਸੀ ਉਹ ਢਿੱਲੀ ਪੈ ਗਈ। ਉਹਨਾਂ ਦਾ ਰਾਜ ਪਾਟ ਹੌਲੀ ਹੌਲੀ ਮੱਠਾ ਹੋਣਾ ਸ਼ੁਰੂ ਹੋ ਗਿਆ। 14 ਜੰਗਾਂ ਲੜੀਆਂ ਬਾਅਦ ਵਿੱਚ ਔਰੰਗੇ ਨੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ। ਕੁਝ ਉਹਨਾਂ ਜੰਗਾਂ ਵਿੱਚੋਂ ਕੁਝ ਜੰਗਾਂ ਪਹਾੜੀਆਂ ਨਾਲ ਸਨ, ਹੈ ਉਹ ਵੀ ਔਰੰਗਜ਼ੇਬ ਕਰਕੇ ਜੰਗ ਕਰਦੇ ਸਨ, ਤੇ ਕੁਝ ਜੰਗਾਂ ਔਰੰਗੇ ਨਾਲ ਸਿੱਧੀਆਂ ਗੁਰੂ ਸਾਹਿਬ ਦੀਆਂ ਹੋਈਆਂ। 14 ਜੰਗਾਂ ਲੜੀਆਂ 10ਵੇਂ ਪਾਤਸ਼ਾਹ ਨੇ ਉਸ ਸਮੇਂ ਦੀ ਬਾਦਸ਼ਾਹੀ ਦੇ ਖਿਲਾਫ। ਤੇ ਗੁਰਮੁਖੋ ਸੱਚ ਇਹ ਹੈ, ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਉਸ ਦਿਨ ਤੋਂ ਬਾਅਦ ਔਰੰਗਜ਼ੇਬ ਦਿੱਲੀ 'ਚ ਨਹੀਂ ਰਹਿ ਸਕਿਆ। ਕਹਿੰਦੇ ਸੌਂਦਾ ਸੀ ਨਾ ਤੇ ਖੌਫ ਨਾਲ ਤ੍ਰਭ ਕੇ ਉੱਠ ਪੈਂਦਾ ਸੀਗਾ। ਉਸ ਦਿਨ ਤੋਂ ਬਾਅਦ ਉੱਥੇ ਉਹ ਰਿਹਾ ਨਹੀਂ, ਦਿੱਲੀ ਛੱਡ ਕੇ ਚਲਾ ਗਿਆ। ਉਹਦੀ ਮੌਤ ਵੀ ਦਿੱਲੀ ਤੋਂ ਬਾਹਰ ਜਾ ਕੇ ਹੋਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬੜਾ ਵੱਡਾ ਉਹਨਾਂ ਦਾ ਸਾਕਾ। ਐਸੇ ਸਤਿਗੁਰਾਂ ਦੀ ਮਹਾਨ ਸ਼ਹਾਦਤ ਨੂੰ ਕੋਟਾਨ ਕੋਟਵਾਰ ਪ੍ਰਣਾਮ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੀ ਸਾਖੀ ਤੋਂ ਬਾਅਦ ਹੁਣ 10ਵੇਂ ਪਾਤਸ਼ਾਹ ਜੀ ਦਾ ਇਤਿਹਾਸ ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਸਰਵਣ ਕਰਾਉਣਗੇ। ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਜਾਣ ਸੇਵਕ ਜਾਣ ਕਰਕੇ ਖਿਮਾ ਕਰਨੀ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣਨਾਥ, ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ, ਅਗੰਮ ਪੂਰਨ, ਮੋਹਿ ਮਾਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰੇ ਉਤਾਰ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।